ਪੰਜਾਬੀ ਪੌਡ ਦੀ ਸਾਰੀ ਆਡੀਅנס ਨੂੰ ਵਾਰਨਿੰਗ ਆ ਕਿ ਇਹ ਪੋਡਕਾਸਟ ਕਈ ਲੋਕਾਂ ਲਈ ਟ੍ਰਿਗਰਿੰਗ ਹੋ ਸਕਦਾ ਕਿਉਂਕਿ ਅੱਜ ਅਸੀਂ ਆਸਟ੍ਰੇਲੀਆ ਦੇ ਇੱਕ ਵੈਲ ਐਕਸਪੀਰੀਅੰਸਡ ਫੈਮਿਲੀ ਵਾਇਲੈਂਸ ਅਫਸਰ ਨਾਲ ਗੱਲ ਕਰਾਂਗੇ। I have been working as a family domestic violence worker from 2012. तो सब तो वड्डा reason family and domestic violence ਦਾ ਹੈਗਾ। ਤੇ ਉਹਨਾਂ ਤੋਂ ਸੁਣਾਂਗੇ ਰੀਅਲ ਕੇਸਿਸ ਬਾਰੇ। I had a case and that guy treated her just like a slave. ਇੱਕ woman ਨੂੰ 37 times ਲੱਗਦੇ ਆ go through the process whether I leave him or not. Should I go back or come back? So that's crazy. ਫੈਮਿਲੀ ਵਾਇਲੈਂਸ ਪੰਜਾਬ ਤੋਂ ਵੈਸਟਰਨ ਕੰਟਰੀਜ਼ ਦੇ ਵਿੱਚ ਆ ਕੇ ਕਿੱਦਾਂ ਚੇਂਜ ਹੋ ਸਕਦਾ ਤੇ ਤੁਹਾਨੂੰ ਉਹਦਾ ਪਤਾ ਵੀ ਨਹੀਂ ਹੁੰਦਾ। ਜਦੋਂ ਆਪਾਂ ਫੈਮਿਲੀ ਵਾਇਲੈਂਸ ਦੀ ਗੱਲ ਕਰਦੇ ਨਾ ਆਪਾਂ ਨੂੰ ਲੱਗਦਾ ਸਿਰਫ ਕਿਸੇ ਨੂੰ ਥੱਪੜ ਮਾਰਨਾ ਉਹੀ ਵਾਇਲੈਂਸ ਆ। ਇਟਸ ਨਾਟ ਲਾਈਕ ਦੈਟ। ਤੇ ਫੈਮਿਲੀ ਵਾਇਲੈਂਸ ਦਾ ਇਹ ਮਤਲਬ ਨਹੀਂ ਕਿ ਫੈਮਿਲੀ ਵਾਇਲੈਂਸ ਸਿਰਫ ਫੀਮੇਲ ਨਾਲ ਹੀ ਹੁੰਦਾ। ਇਸ ਪੋਡਕਾਸਟ 'ਚ ਅਸੀਂ ਇਹ ਵੀ ਡਿਸਕਸ ਕੀਤਾ ਕਿ ਇੱਕ ਮੇਲ ਕਿੱਦਾਂ ਅਫੈਕਟ ਹੋ ਸਕਦਾ। ਤੁਹਾਨੂੰ ਪਤਾ ਸੇਮ ਚੀਜ਼ਾਂ ਦਾ ਯੂਜ਼ ਐਂਡ ਮਿਸਯੂਜ਼ ਦੋਨੋਂ ਹੁੰਦਾ। ਪੀਪਲ ਸਟਾਰਟ ਅਬਿਊਜ਼ਿੰਗ ਥੀਸ ਕਾਈਂਡ ਆਫ ਸਿਸਟਮਸ ਐਜ਼ ਵੈਲ। ਬ੍ਰਿੰਗਿੰਗ ਅਪ ਇਜ਼ ਅ ਬਿਗ ਫੈਕਟਰ। ਪਾਪਾ ਮਾਰੀ ਜਾਂਦੇ ਮੰਮੀ ਨੂੰ ਤੇ ਤੁਹਾਨੂੰ ਲੱਗਦਾ ਇਟਸ ਓਕੇ ਇਟਸ ਨਾਰਮਲ। ਸਾਡੀ ਉੱਚੀ ਆਵਾਜ਼ ਜਾਂ ਥੱਪੜ ਆਪਣੀ ਵਾਈਫ ਤੇ ਵੀ ਚੱਲਦਾ, ਆਪਣੇ ਬੌਸ ਨੂੰ ਨਹੀਂ ਜਾ ਕੇ ਥੱਪੜ ਮਾਰ ਜਾਂਦੇ। ਪ੍ਰੀਨਪ ਅੱਜ ਕੱਲ੍ਹ ਇੱਕ ਟ੍ਰੈਂਡ ਚੱਲਿਆ ਬਿਜ਼ਨਸ ਕਰ ਰਹੇ ਨਾਟ ਰਿਲੇਸ਼ਨਸ਼ਿਪ। ਹੁਣ ਮੈਨੂੰ ਲੱਗਦਾ ਵਾਈ ਇਟਸ ਸੋ ਬਿਗ ਡੀਲ। ਮੈਂ ਤੈਨੂੰ ਵੀਜ਼ੇ ਤੇ ਲੈ ਕੇ ਆਇਆ, ਮੇਰੇ ਕਾਰਨ ਤੂੰ PR ਹੋ ਰਹੀ ਆ। ਸ਼ੀ ਇਜ਼ ਯੋਰ ਪਾਰਟਨਰ, ਸ਼ੀ ਇਜ਼ ਦ ਮੋਸਟ ਇੰਪੋਰਟੈਂਟ ਪਰਸਨ ਇਨ ਯੋਰ ਲਾਈਫ। ਸ਼ੀ ਇਜ਼ ਗੋਣਾ ਬੀ ਮਦਰ ਆਫ ਯੋਰ ਚਿਲਡਰਨ। ਲਾਈਕ ਸ਼ੀ ਪਲੇਜ਼ much more important role. ਇਹ ਪ੍ਰੋਬਲਮ ਮੈਨੂੰ ਲੱਗਦਾ ਮੈਨੂੰ ਵੱਧਦੀ ਦਿਖ ਰਹੀ ਆ ਫਿਊਚਰ ਦੇ ਵਿੱਚ। ਇਹਦੇ ਤੋਂ ਲੋਕੀ ਪਹਿਲਾਂ ਬਹੁਤ ਪ੍ਰੋਬਲਮ ਚ ਆਏ। ਸੋ ਜੇ ਪੋਡਕਾਸਟ ਦੇਖ ਕੇ ਕਿਸੇ ਦਾ ਟਰਾਮਾ ਟ੍ਰਿਗਰ ਹੁੰਦਾ ਤਾਂ ਪਲੀਜ਼ ਜੋ ਡਿਸਕ੍ਰਿਪਸ਼ਨ ਦੇ ਵਿੱਚ ਸਰਵਿਸਿਜ਼ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਨੂੰ ਯੂਜ਼ ਕਰੋ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਇਦਾਂ ਦੇ ਪੋਡਕਾਸਟ ਹੋਰ ਕਰੀਏ, ਆਪਣੀ ਕਮਿਊਨਿਟੀ ਨੂੰ ਅਵੇਅਰ ਕਰਨ ਲਈ, ਐਜੂਕੇਟ ਕਰਨ ਲਈ, ਤਾਂ ਪਲੀਜ਼ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਕਿਉਂਕਿ ਜਿੰਨਾ ਹੀ ਪੋਡਕਾਸਟ ਵੱਡਾ ਹੋਊਗਾ ਉਨੇ ਹੀ ਗੈਸਟ ਵਧੀਆ ਹੋਣਗੇ ਤੇ ਨੌਲੇਜ ਹੋਰ ਵਧੀਆ ਹੋਊਗੀ। ਤੇ ਆਓ ਸੁਣਦੇ ਹਾਂ ਹੁਣ ਫੈਮਿਲੀ ਵਾਇਲੈਂਸ ਦਾ ਸੱਚ। ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਨੇਹਾ ਦੱਤਾ ਜੀ ਪੰਜਾਬੀ ਪੌਡ 'ਤੇ ਆਉਣ ਲਈ। ਬਹੁਤ ਬਹੁਤ ਧੰਨਵਾਦ ਕਿਉਂਕਿ ਆਈ ਥਿੰਕ ਤੁਸੀਂ ਜੁਆਇਨ ਕਰ ਰਹੇ ਹੋ ਸਾਨੂੰ ਆਪਣੀ ਨੌਲੇਜ ਅਤੇ ਵਰਕ ਐਕਸਪੀਰੀਅੰਸ ਸ਼ੇਅਰ ਕਰਨ ਲਈ, ਜਿਹੜੀ ਆਪਣੀ ਡੋਮੈਸਟਿਕ ਵਾਇਲੈਂਸ ਨੂੰ ਲੈ ਕੇ, ਕਿਉਂਕਿ ਬਹੁਤ ਹੀ ਇੰਪੋਰਟੈਂਟ ਟੌਪਿਕ ਆ। ਮੈਨੂੰ ਲੱਗਦਾ ਬਹੁਤ ਜਾਣੇ ਇਹਦੇ ਬਾਰੇ ਗੱਲ ਨਹੀਂ ਕਰ ਰਹੇ ਅਤੇ ਇਹ ਪ੍ਰੋਬਲਮ ਮੈਨੂੰ ਲੱਗਦਾ ਮੈਨੂੰ ਵੱਧਦੀ ਦਿਖ ਰਹੀ ਆ ਫਿਊਚਰ ਦੇ ਵਿੱਚ ਜਿਹੜੇ ਹਿਸਾਬ ਨਾਲ ਆਪਾਂ ਅੱਜ ਕੱਲ੍ਹ ਦੀ ਦੁਨੀਆ ਚੱਲ ਰਹੀ ਆ। ਅਤੇ ਬਾਕੀ ਮੈਨੂੰ ਇਹ ਲੱਗਦਾ ਕਿ ਆਈ ਥਿੰਕ ਇਹ ਪੋਡਕਾਸਟ ਨੂੰ ਪਰਪਜ਼ ਆਪਣਾ ਲੈ ਕੇ ਇਹੀ ਹੋਊਗਾ ਕਿ ਐਟਲੀਸਟ ਆਪਾਂ ਇਹ ਨਹੀਂ ਵੀ ਆਪਾਂ ਹਰੇਕ ਪ੍ਰੋਬਲਮ ਦਾ ਹੱਲ ਲੱਭ ਸਕਾਂਗੇ, ਪਰ ਮੇਨਲੀ ਇਹ ਆ ਕਿ ਐਟਲੀਸਟ ਇੱਕ ਥੋੜ੍ਹੀ ਅੱਗ ਜਾਗੇ ਜਿਹੜੇ ਬੰਦੇ ਦੇਖਣ ਵਾਲੇ ਨੇ ਕਿ ਉਹ ਆਪਣੇ ਆਪ ਨੂੰ ਸਿੱਖਣ ਲੱਗਣ ਉਹ ਕਿ ਲੋਕਾਂ ਨੂੰ ਟਰੀਟ ਕਿਵੇਂ ਕਰੀਦਾ। ਸੋ ਉਹ ਬਹੁਤ ਜ਼ਰੂਰੀ ਆ ਮੈਨੂੰ ਲੱਗਦਾ, ਕਿਉਂਕਿ ਚਾਹੇ ਫੈਮਿਲੀ ਦੇ ਵਿੱਚ, ਚਾਹੇ ਆਪਣੇ ਪਾਰਟਨਰ ਦੇ ਨਾਲ, ਫਰੈਂਡਸ ਦੇ ਨਾਲ, ਹੋਰ ਕਮਿਊਨਿਟੀ ਨੂੰ, ਸਾਰਿਆਂ ਨੂੰ ਟਰੀਟ ਕਿਵੇਂ ਕਰੀਦਾ। ਸਹੀ ਤਰੀਕੇ ਨਾਲ ਟਰੀਟ ਕਰਨਾ ਮਤਲਬ ਸਾਰੇ ਡਿਜ਼ਰਵ ਕਰਦੇ ਨੇ ਉਹ ਚੀਜ਼। ਹਾਂਜੀ ਜੀ। ਸੋ ਉਦੋਂ ਪਹਿਲਾਂ ਆਪਾਂ ਟੌਪਿਕ 'ਤੇ ਡਿਸਕਸ ਕਰੀਏ ਤਾਂ ਪਲੀਜ਼ ਆਪਣੇ ਬਾਰੇ ਥੋੜ੍ਹਾ ਜਿਹਾ ਸਾਨੂੰ ਸ਼ੇਅਰ ਕਰੋ ਵੀ ਤੁਹਾਡਾ ਵਰਕ ਐਕਸਪੀਰੀਅੰਸ ਐਜ਼ ਏ ਸੋਸ਼ਲ ਵਰਕਰ ਡੋਮੈਸਟਿਕ ਵਾਇਲੈਂਸ 'ਤੇ ਕੀ ਆ। First of all, I would like to say thank you ਤੁਹਾਨੂੰ ਦੋਨਾਂ ਨੂੰ to providing me this opportunity. As you said, it's really an important topic, ਹੈ ਨਾ। ਅਤੇ ਮੈਂ ਦੱਸਣਾ ਚਾਹੂੰਗੀ ਮੇਰਾ ਨਾਮ ਹੈਗਾ ਨੇਹਾ ਦੱਤਾ, now is ਨੇਹਾ ਦੱਤਾ ਗਰੋਵਰ। ਅਤੇ I have been working as a family domestic violence worker from 2012 and ਜਿੱਦਾਂ ਤੁਸੀਂ ਕਿਹਾ ਕਿ ਇਹ ਟੌਪਿਕ ਇਟਸ ਲਾਈਕ ਅ ਫੋਰਬਿਡਨ ਸਟਿਗਮਾ, ਸਪੈਸ਼ਲੀ ਆਪਣੀ ਕਮਿਊਨਿਟੀ 'ਚ ਨਾ। ਤਾਂ ਮੈਨੂੰ ਲੱਗੂਗਾ ਜੇ ਜਸਟ ਇਫ ਨਥਿੰਗ ਐਲਸ, ਜੇ ਇਸ ਅੱਜ ਦੀ ਕਮਿਊਨੀਕੇਸ਼ਨ 'ਚੋਂ ਸਿਰਫ ਮੈਂ ਇੰਨਾ ਮੈਸੇਜ ਦੇ ਸਕਾਂ ਕਿ ਆਪਾਂ ਸਿਰਫ ਇੱਕ ਲਿਸਨਿੰਗ ਈਅਰ ਬਣ ਸਕੀਏ ਨਾ ਕਿਸੇ ਲਈ ਕਿ ਜਿਹੜਾ ਪ੍ਰੋਬਲਮ 'ਚ, ਐਂਡ ਦੈਟ ਵੁੱਡ ਬੀ ਆਈ ਥਿੰਕ ਦੈਟ ਵਿਲ ਸਰਵ ਦ ਪਰਪਜ਼ ਫॉर ਦੈਟ। ਬਹੁਤ ਸਹੀ ਗੱਲ ਕਹੀ ਤੁਸੀਂ, ਬਿਲਕੁਲ। ਆਈ ਥਿੰਕ ਲਿਸਨਿੰਗ ਇਜ਼ ਉਹੀ ਗੱਲ ਆ ਜਿਵੇਂ ਆਪਾਂ ਗੱਲ ਕਰਦੇ ਨਾ ਵੀ ਅਗਰ ਤੁਸੀਂ ਬੈਟਰ ਕਮਿਊਨੀਕੇਟਰ ਬਣਨਾ, ਆਪਾਂ ਪਹਿਲਾਂ ਵੀ ਗੱਲ ਕਰੀਏ ਤਾਂ ਲਿਸਨਿੰਗ ਇਜ਼ ਵਨ ਆਫ ਦ ਫਸਟ ਥਿੰਗਸ ਯੂ ਨੀਡ ਟੂ ਸਟਾਰਟ। ਹਾਂਜੀ। ਅੱਜ ਕੱਲ੍ਹ ਲੋਕੀ ਕਿਉਂਕਿ ਕਿਸੇ ਦੀ ਗੱਲ ਸੁਣਦੇ ਆ ਸਿਰਫ ਇਸ ਕਰਕੇ ਕਿ ਮੈਂ ਬੋਲ ਸਕਾਂ, ਉਸ ਤੋਂ ਬਾਅਦ ਛੇਤੀ ਤੋਂ ਛੇਤੀ ਉਹਦਾ ਜਵਾਬ ਦੇ ਸਕਾਂ, ਨਾ ਕਿ ਉਹਦੀ ਗੱਲ ਸੁਣਾ ਦੇ ਉਹ ਤੋਂ ਸਿੱਖ ਸਕਾਂ। ਸੋ ਇਟ ਟੇਕਸ ਅ ਲੋਟ। ਕਈ ਵਾਰੀ ਇੱਦਾਂ ਹੁੰਦਾ ਨਾ ਜਿਵੇਂ ਸਾਰੇ ਜੇ ਤੁਸੀਂ ਕਿਸੇ ਨਾਲ ਕੋਈ ਪ੍ਰੋਬਲਮ ਸ਼ੇਅਰ ਕਰੋ, ਬਹੁਤ ਲੋਕ ਪ੍ਰੋਬਲਮ ਹੀ ਸ਼ੇਅਰ ਤਾਂ ਨਹੀਂ ਕਰਦੇ, ਮੈਨੂੰ ਸਲਾਹ ਦੇਣ ਲੱਗ ਜਾਊਗਾ। ਹਾਂਜੀ। ਸੋ ਉੱਥੇ ਇਹੀ ਹੁੰਦਾ ਬੰਦੇ ਨੂੰ ਵੀ ਯਾਰ ਕੋਈ ਸੁਣਨ ਵਾਲਾ ਚਾਹੀਦਾ। ਅਤੇ ਇੱਦਾਂ ਹੀ ਮੈਂ ਇੱਕ ਜਿਵੇਂ ਨਾ ਸਾਡੇ ਕੋਲ ਛੋਟਾ ਪੱਪੀ ਹੈ, ਤੁਸੀਂ ਦੇਖਿਆ ਹੋਣਾ, ਤਾਂ ਉਹਦੇ ਬਾਰੇ ਅਸੀਂ ਮੈਂ ਵੀਡੀਓ ਬਣਾਈ ਸੀਗੀ ਕਿ ਮਤਲਬ ਜਦ ਕੁੱਤੇ ਦਾ ਬੈਨੀਫਿਟ ਇਹ ਹੈਗਾ ਵੀ ਤੁਸੀਂ ਉਹਦੇ ਨਾਲ ਗੱਲਾਂ ਕਰ ਸਕਦੇ, ਕੋਈ ਵੀ ਉਹਨੇ ਤੁਹਾਨੂੰ ਜੱਜ ਨਹੀਂ ਕਰਨਾ ਉਹਨੇ ਤੁਹਾਨੂੰ ਮੋੜ ਕੇ ਨਹੀਂ ਕੁਛ ਕਹਿਣਾ। ਸੋ ਟਰੂ। ਐਬਰੀਜਨਲ ਉਹ ਇੱਕ ਕਨਸੈਪਟ ਆ, ਦਾਦੀਰੀ ਕਹਿੰਦੇ ਉਹਨਾਂ ਨੂੰ ਆਪਣੀ ਲੈਂਗੁਏਜ, ਉਹਨੂੰ ਕਹਿੰਦੇ ਡੀਪ ਲਿਸਨਿੰਗ, ਲਾਈਕ ਲਿਸਨਿੰਗ ਟੂ ਅੰਡਰਸਟੈਂਡ ਨਾਟ ਟੂ ਰਿਸਪੌਂਡ। ਕਈ ਵਾਰ ਉਹ ਜਿੱਦਾਂ ਤੁਸੀਂ ਕਿਹਾ ਕਿ ਸਿਰਫ ਬੰਦਾ ਆਪਣਾ ਦੁੱਖ ਦੱਸਣਾ ਚਾਹੁੰਦਾ ਹੁੰਦਾ ਕਿ ਕੋਈ
ਸਿਰਫ ਸੁਣ ਸਕੇ ਤਾਂ ਉਹਦੇ ਨਾਲ ਹੀ ਬੰਦਾ ਹਲਕਾ ਹੋ ਜਾਂਦਾ। ਦੇ ਨੈਵਰ ਆਸਕ ਫॉर ਅ ਸੋਲੂਸ਼ਨ ਬਟ ਲਿਸਨਿੰਗ ਵਿਦਆਊਟ ਜਜਮੈਂਟ, not to judge. Wow. That says it all, ਹੈ ਨਾ। ਸਹੀ ਗੱਲ ਆ। ਦੈਟਸ ਗੁੱਡ। ਤੇ ਹੁਣ ਅਸੀਂ ਤੁਹਾਡੇ ਨਾਲ ਆਪਾਂ ਚਲੋ ਫੈਮਿਲੀ ਵਾਇਲੈਂਸ ਦੀ ਗੱਲ ਕੀਤੀ ਕਿ ਅਸੀਂ ਉਹਨੂੰ ਥੋੜ੍ਹਾ ਟੌਪਿਕ ਨੂੰ ਖੋਲ੍ਹਦੇ ਹਾਂ। ਕਾਮਨ ਰੀਜ਼ਨਸ ਕੀ ਨੇ ਅੱਜ ਇਸ ਆਸਟ੍ਰੇਲੀਆ ਵਰਗੀ ਕੰਟਰੀ? ਚਲੋ ਕਿਉਂਕਿ ਵੈਸਟਰਨ ਕੰਟਰੀਜ਼ ਦਾ ਮੈਨੂੰ ਲੱਗਦਾ ਕਿ ਮੋਸਟਲੀ ਸਿਮਿਲਰ ਹੀ ਰੀਜ਼ਨਸ ਹੁੰਦੇ ਆ ਕਿ ਫੈਮਿਲੀ ਰਿਲੇਸ਼ਨਸ਼ਿਪ ਦੇ ਵਿੱਚ ਵਾਇਲੈਂਸ ਕਿਉਂ ਆ ਰਿਹਾ। ਇਹ ਜਿਹੜੀਆਂ ਵੈਸਟਰਨ ਕੰਟਰੀਜ਼ ਨੇ ਇਹਨਾਂ ਦੇ ਵਿੱਚ ਜਾਂ ਆਪਣੀ ਕਮਿਊਨਿਟੀਜ਼ ਜਦੋਂ ਵੈਸਟਰਨ ਕੰਟਰੀਜ਼ 'ਚ ਆ ਜਾਂਦੀਆਂ, ਇਹਨਾਂ ਦੇ ਕਾਮਨ ਰੀਜ਼ਨਸ ਕੀ ਨੇ ਡੋਮੈਸਟਿਕ ਵਾਇਲੈਂਸ ਹੋਣ ਦੇ ਤੁਹਾਡੇ ਹਿਸਾਬ ਨਾਲ, ਤੁਹਾਡੇ ਐਕਸਪੀਰੀਅੰਸ ਦੇ ਹਿਸਾਬ ਨਾਲ? ਦੇਖੋ, ਸਭ ਤੋਂ ਵੱਡਾ ਰੀਜ਼ਨ ਫੈਮਿਲੀ ਐਂਡ ਡੋਮੈਸਟਿਕ ਵਾਇਲੈਂਸ ਦਾ ਹੈਗਾ ਪਾਵਰ ਐਂਡ ਕੰਟਰੋਲ। ਚਾਹੇ ਤੁਸੀਂ ਜਿਹੜੀ ਮਰਜ਼ੀ ਕਮਿਊਨਿਟੀ ਨੂੰ ਚੱਕ ਕੇ ਦੇਖ ਲਓ, ਚਾਹੇ ਉਹ ਆਸਟ੍ਰੇਲੀਅਨ ਆ, ਪੰਜਾਬੀ ਆ, ਇੰਡੀਅਨ, ਸਾਊਥ ਏਸ਼ੀਅਨ, ਕੋਈ ਵੀ ਕਮਿਊਨਿਟੀ ਆ, ਹੈ ਨਾ। ਬਟ ਜਦੋਂ ਸਾਡੇ ਪੰਜਾਬੀਆਂ ਦੀ ਗੱਲ ਆ ਜਾਂਦੀ ਨਾ, ਇਹਦੇ ਨਾਲ ਲੇਅਰਸ ਦੀਆਂ ਲੇਅਰਸ ਜੁੜ ਜਾਂਦੀਆਂ, ਇੰਟਰਸੈਕਸ਼ਨ ਜੁੜ ਜਾਂਦੀਆਂ, ਜਿਹਨਾਂ ਨੂੰ ਆਪਾਂ ਇੰਟਰਸੈਕਸ਼ਨ ਕਹਿੰਦੇ ਹਾਂ ਇੱਕ ਪ੍ਰੋਫੈਸ਼ਨਲ ਲੈਂਗੁਏਜ। ਜਿੱਦਾਂ ਕਿ ਲੈਂਗੁਏਜ ਪਹਿਲਾਂ ਸਾਡਾ ਬੈਰੀਅਰ ਆ ਜਾਂਦਾ ਜਦੋਂ ਆਪਾਂ ਇੱਥੇ ਆ, ਹੈ ਨਾ। ਆਪਾਂ ਕਦੀ ਇਮੋਸ਼ਨਲੀ ਡਿਪੈਂਡੈਂਟ ਹੁੰਦੇ ਉਸ ਬੰਦੇ ਤੋਂ, ਆਪਾਂ ਕਿੰਨੇ ਇਕੱਲੇ, ਲਾਈਕ ਵੀ ਆਲ ਕੇਮ ਐਜ਼ ਅ ਸਟੂਡੈਂਟ, ਤੁਹਾਨੂੰ ਵੀ ਪਤਾ ਇੱਥੇ ਸਾਨੂੰ ਕਿੰਨੇ ਆਪਾਂ ਇਕੱਲਾ ਮਹਿਸੂਸ ਕਰਦੇ ਹਾਂ ਨਾ। ਫਿਰ ਵੀਜ਼ਾ ਜਿਹੜੀ ਸਭ ਤੋਂ ਵੱਡੀ ਡੋਰੀ, ਵੀਜ਼ਾ, ਸੋਸ਼ਲ ਆਈਸੋਲੇਸ਼ਨ, ਹੈ ਨਾ। ਇੱਥੇ ਆਪਾਂ ਜ਼ਿਆਦਾ ਨਹੀਂ ਗਏ, ਐਟ ਦੀ ਐਂਡ ਸਾਡਾ ਕੀ ਲਾਈਫ ਪੈਟਰਨ ਆ, ਗੋ ਟੂ ਵਰਕ, ਕਮ ਬੈਕ ਹੋਮ, ਦੈਨ ਯੂ ਆਰ ਜਸਟ ਸਟਕ ਵਿਦ ਦੈਟ ਕਾਈਂਡ ਆਫ ਅ ਪਰਸਨ ਵਿਦ ਯੂ, ਹੈ ਨਾ। ਜੇ ਤੁਹਾਡੀ ਉਹੀ ਸੋਲੇਸ, ਉਹੀ ਸੇਫ ਪਲੇਸ ਨਹੀਂ ਹੈਗੀ ਤਾਂ ਦੇਰ ਇਜ਼ ਨੋ ਵੇ ਆਊਟ। ਫਿਰ ਤੁਹਾਨੂੰ ਆਪਣੇ ਲੀਗਲ ਰਾਈਟਸ ਦਾ ਨਹੀਂ ਪਤਾ ਹੁੰਦਾ ਤੁਹਾਨੂੰ। ਮਤਲਬ ਜਿੱਦਾਂ ਨਾ ਹੇਅਰ ਸੇ ਤੋਂ ਆਪਾਂ ਇੱਦਾਂ ਹੀ ਸੁਣ ਕੇ ਕਹਿ ਦਿੰਦੇ ਕਿ ਯਾਰ ਓਕੇ ਮੇਰਾ ਵੀਜ਼ਾ ਕੈਂਸਲ ਹੋ ਜਾਊਗਾ, ਪਰ ਆਈ ਐਮ ਰੀਅਲੀ ਥੈਂਕਫੁਲ ਟੂ ਆਸਟ੍ਰੇਲੀਅਨ ਇਮੀਗ੍ਰੇਸ਼ਨ ਆਫਟਰ ਸੋ ਮੈਨੀ ਰਿਫੋਰਮਸ। ਰੀਸੈਂਟਲੀ ਇੱਕ ਨਵਾਂ ਵੀਜ਼ਾ ਵੀ ਆਇਆ ਜਿਸ ਇਫ ਯੂ ਆਰ ਐਸਕੇਪਿੰਗ ਅ ਫੈਮਿਲੀ ਐਂਡ ਡੋਮੈਸਟਿਕ ਵਾਇਲੈਂਸ ਰਿਲੇਸ਼ਨਸ਼ਿਪ, ਹਾਂਜੀ, ਇਟ ਵਾਜ਼ ਲਾਈਕ ਸੀਰੀਅਸਲੀ ਦੈਟ ਵਾਜ਼ ਅ ਗੇਮ ਚੇਂਜਰ। ਅਤੇ ਤੁਸੀਂ ਉਸ ਬੇਸਿਸ 'ਤੇ ਆਪਣਾ ਵੀਜ਼ਾ ਪਾ ਸਕਦੇ ਹੋ। ਪਰ ਹੈਵਿੰਗ ਸੈਡ ਦੈਟ, ਤੁਹਾਨੂੰ ਪਤਾ ਸੇਮ ਚੀਜ਼ਾਂ ਦਾ ਯੂਜ਼ ਐਂਡ ਮਿਸਯੂਜ਼ ਦੋਨੋਂ ਹੁੰਦਾ। ਪੀਪਲ ਸਟਾਰਟ ਅਬਿਊਜ਼ਿੰਗ ਥੀਸ ਕਾਈਂਡ ਆਫ ਸਿਸਟਮਸ ਐਜ਼ ਵੈਲ। ਸੋ ਮੈਨੂੰ ਉਹੀ ਮੈਂ ਦਿਮਾਗ ਸੋਚ ਰਿਹਾ ਕਿ ਤੁਹਾਨੂੰ ਇੱਦਾਂ ਦੇ ਫੇਕ ਕੰਪਲੇਂਟਸ ਵੀ ਆਉਣਗੀਆਂ ਕਿ ਅਸੀਂ ਫੈਮਿਲੀ ਅਬਿਊਜ਼ 'ਚ, ਬਿਕੋਜ਼ ਉਹਦੇ 'ਚੋਂ ਅਸੀਂ ਸੈਪਰੇਟ ਹੋਣਾ ਚਾਹੁੰਦੇ ਹਾਂ ਐਂਡ ਸੋ ਵੀ ਗੈਟ ਅ ਵੀਜ਼ਾ ਐਜ਼ ਵੈਲ, ਲਾਈਕ, ਹੈ ਨਾ। ਮਤਲਬ ਉਹਦਾ ਡਿਸਐਡਵਾਂਟੇਜ ਉਹਨਾਂ ਲਈ ਐਡਵਾਂਟੇਜ ਹੋ ਗਿਆ, ਪਰ ਓਬਵੀਅਸਲੀ ਸਿਸਟਮ ਲਈ ਡਿਸਐਡਵਾਂਟੇਜ ਹੋ ਗਿਆ। ਫਾਇਦਾ ਹੀ ਹੈ ਮੈਨੂੰ ਲੱਗਦਾ, ਕਿਉਂਕਿ ਹਰ ਇੱਕ ਚੀਜ਼ ਦਾ ਦੇਖੋ ਫਾਇਦਾ ਚੱਕਣ ਵਾਲੇ, ਮਤਲਬ ਗਲਤ ਫਾਇਦਾ ਚੱਕਣ ਵਾਲੇ ਤਾਂ ਹਰੇਕ ਚੀਜ਼ ਦਾ ਹੁੰਦਾ ਹੀ ਆ ਉਹ ਚੀਜ਼। ਪਰ ਮੈਨੂੰ ਇਹ ਲੱਗਦਾ, ਮੈਂ ਬਾਕੀ ਥੋੜ੍ਹੀ ਜੋ ਰਿਸਰਚ ਕਰੀ ਸੀਗੀ ਨਾ, SBS ਪੰਜਾਬੀ ਤੋਂ ਮੈਂ ਪੜ੍ਹਿਆ ਸੀਗਾ, ਇੱਕ ਜਤਿੰਦਰ ਕੌਰ ਜੀ ਕਰਕੇ ਹੈਗੇ ਨੇ ਬ੍ਰਿਸਬੇਨ 'ਚ, ਹਾਂਜੀ, ਉਹ ਸੋਸ਼ਲ ਵਰਕਰ ਨੇ, ਹਾਂਜੀ। ਅਤੇ ਉਹਨਾਂ ਨੇ ਮਤਲਬ 30 ਕੇਸ ਹੈਂਡਲ ਕਰੇ ਨੇ ਇਹਦੇ ਜਿਹੜੇ ਡੋਮੈਸਟਿਕ ਵਾਇਲੈਂਸ ਦੇ। ਅਤੇ ਉਹਦੇ ਵਿੱਚ ਉਹਨੂੰ ਕਹਿੰਦੇ ਸੀ ਵੀ ਉਹਨਾਂ 'ਚੋਂ ਐਟਲੀਸਟ 50% ਹੈਗਾ ਵੀ ਜਿਹੜਾ ਦਹੇਜ ਮੰਗ ਰਹੇ ਨੇ, ਉਹ ਚੀਜ਼ ਦਾ ਰੌਲਾ ਹੈਗਾ ਉਹਨਾਂ ਦਾ। ਵੀ ਜਿਵੇਂ ਕਈ ਕੇਸ, ਇੱਕ ਸੀਗਾ ਵੀ ਮੈਰਿਜ ਹੋਣ ਤੋਂ ਬਾਅਦ ਵੀ ਉਹ ਮਤਲਬ ਬਰਾਈਡ ਦੀ ਜਿਹੜੀ ਫੈਮਿਲੀ ਨੂੰ ਕਹਿ ਰਹੇ ਨੇ। ਆਸਟ੍ਰੇਲੀਆ ਦੀ ਗੱਲ, ਆਸਟ੍ਰੇਲੀਆ 'ਚ ਵੀ ਦਹੇਜ ਮੰਗ ਰਹੇ, ਮਤਲਬ ਮੈਰਿਜ ਤੋਂ ਬਾਅਦ ਵੀ ਕਹਿ ਰਹੇ ਨੇ ਵੀ ਸਾਨੂੰ $30,000 ਦਿਓ, ਬਰਾਈਡ ਦੀ ਫੈਮਿਲੀ ਨੂੰ ਕਹਿ ਰਹੇ ਵੀ ਨਹੀਂ ਤਾਂ ਤੁਸੀਂ ਕੌਨਸੀਕੁਐਂਸਸ ਫੇਸ ਕਰੋਗੇ ਇਹ ਚੀਜ਼ ਦੇ। ਐਂਡ ਤੁਸੀਂ ਆਹ ਦੇਖੋ, ਹੈ ਨਾ, ਜਿੱਦਾਂ ਆਪਾਂ ਹਿਸਟੋਰੀਕਲੀ ਦੇਖਿਆ ਜਾਵੇ, ਹੈ ਨਾ, ਵੂਮੈਨ ਨੂੰ ਕਿੰਨੀ ਰਿਸਪੈਕਟ ਔਰ ਦਿੱਤਾ ਜਾਂਦਾ, ਹੈ ਨਾ, ਲਾਈਕ ਔਨਰ ਐਂਡ ਐਵਰੀਥਿੰਗ। ਹੁਣ ਮੈਨੂੰ ਲੱਗਦਾ ਵਾਈ ਇਟਸ ਸੋ ਬਿਗ ਡੀਲ, ਮੈਂ ਤੈਨੂੰ ਵੀਜ਼ੇ 'ਤੇ ਲੈ ਕੇ ਆਇਆ, ਮੇਰੇ ਕਾਰਨ ਤੂੰ PR ਹੋ ਰਹੀ ਆ, ਸ਼ੀ ਇਜ਼ ਯੋਰ ਪਾਰਟਨਰ, ਸ਼ੀ ਇਜ਼ ਦ ਮੋਸਟ ਇੰਪੋਰਟੈਂਟ ਪਰਸਨ ਇਨ ਯੋਰ ਲਾਈਫ, ਸ਼ੀ ਇਜ਼ ਗੋਨਾ ਬੀ, ਯੂ ਨੋ, ਮਦਰ ਆਫ ਯੋਰ ਚਿਲਡਰਨ, ਲਾਈਕ ਸ਼ੀ ਪਲੇਜ਼ ਮਚ ਮੋਰ ਇੰਪੋਰਟੈਂਟ ਰੋਲ। ਗੁਰੂ ਨਾਨਕ ਦੇਵ ਜੀ ਕਹਿੰਦੇ ਸੋ ਕਿਉਂ ਮੰਦਾ ਆਖੀਏ ਜਿਨ, ਯੂ ਨੋ, ਜਿਨੇ ਰਮਨਾ, ਹਾਂ। ਐਂਡ ਵੇਅਰ ਇਟ ਰੈਜ਼ੋਨੇਟਸ, ਕਿੱਦਾਂ ਆਪਾਂ ਸਾਰਾ ਕੁਛ ਭੁੱਲ ਗਏ ਹਾਂ। ਵੀਜ਼ਾ ਅਬਿਊਜ਼ ਵਾਜ਼ ਲਾਈਕ ਹੌਰੀਫਿਕ। ਮੈਂ ਤੁਹਾਨੂੰ ਦੱਸਦੀ, ਆਈ ਡਿਡ ਰਿਸਰਚ ਐਜ਼ ਵੈਲ ਔਨ ਮਾਈ ਓਨ, ਲਾਈਕ ਕਰਕੇ I submit on paper when I was doing Masters of Social Work and I was taken aback ਕਿ ਜਿੰਨਾ ਵੀਜ਼ਾ ਅਬਿਊਜ਼ ਆ, ਕਿ ਜੇ ਤੂੰ ਆ ਨਹੀਂ ਕਰੂੰ ਤੇਰਾ ਵੀਜ਼ਾ ਕੈਂਸਲ, ਜੇ ਇੱਦਾਂ ਨਹੀਂ ਕਰੂੰ ਤੂੰ ਵੀਜ਼ਾ, ਇਫ ਯੂ ਆਰ ਅਰਨਿੰਗ। ਜਦੋਂ ਆਪਾਂ ਫੈਮਿਲੀ ਵਾਇਲੈਂਸ ਦੀ ਗੱਲ ਕਰਦੇ ਨਾ, ਆਪਾਂ ਨੂੰ ਲੱਗਦਾ ਸਿਰਫ ਕਿਸੇ ਨੂੰ ਥੱਪੜ ਮਾਰਨਾ ਜਾਂ ਕਿਸੇ ਨੂੰ ਉਹ ਕਰਨਾ ਉਹੀ ਵਾਇਲੈਂਸ ਆ। ਇਟਸ ਨਾਟ ਲਾਈਕ ਦੈਟ, ਇਟਸ ਦ ਕੰਟਰੋਲ, ਕਿ ਤੂੰ ਕਮਾ ਰਹੀ, ਮੈਂ ਵੀ ਕਮਾ ਰਿਹਾ, ਪਰ ਤੇਰੇ ਪੈਸੇ ਮੇਰੇ ਅਕਾਊਂਟ 'ਚ ਹੋਣੇ ਚਾਹੀਦੇ। ਫਾਈਨੈਂਸ਼ੀਅਲ ਵਾਇਲੈਂਸ, ਹੈ ਨਾ। ਫਿਰ ਅਬਿਊਜ਼, ਮਤਲਬ ਹਮੇਸ਼ਾ ਉਹਨੂੰ ਕਹਿਣਾ ਤੈਨੂੰ ਇੰਗਲਿਸ਼ ਬੋਲਣੀ ਨਹੀਂ ਆਉਂਦੀ, ਤੈਨੂੰ ਮੈਂ ਇੱਥੇ ਲੈ ਕੇ ਆਇਆ, ਲਾਈਕ ਦੈਟ ਇਜ਼, ਯੂ ਨੋ, ਇਮੋਸ਼ਨਲ ਵਾਇਲੈਂਸ, ਸਾਈਕੋਲੋਜੀਕਲ। ਕਿ I had a case, matlab I would like to discuss a small little story with you guys. ਉਹ ਲੜਕੀ
ਪੰਜਾਬ ਤੋਂ ਕਾਫੀ ਕਹਿ ਲਓ ਕਿ ਬਹੁਤ ਪਿਛੜਾ ਹੋਇਆ ਕਹਿ ਲਓ ਪਿੰਡ ਕਹਿ ਲਓ ਹੈ ਨਾ ਲਾਈਕ ਸ਼ੀ ਡਜ਼ਨਟ ਨੋ ਹਾਊ ਟੂ ਸਪੀਕ ਇਨ ਇੰਗਲਿਸ਼ ਠੀਕ ਹੈ ਉਹ ਡਿਪੈਂਡੈਂਟ ਸਪਾਊਸ ਵੀਜ਼ਾ ਤੇ ਆਈ ਐਂਡ ਸ਼ੀ ਹੈਡ 2 children with this guy and she was victim of domestic violence pretty much on every regular basis, whether it's physical, emotional, financial. She didn't had a father and she didn't had a mother, so she was pretty much had no one. ਉਹਦਾ ਚਾਚੇ ਤਾਇਆ ਨੇ ਦਾ ਇਕੱਠੇ ਹੋ ਕੇ ਮੈਰਿਜ ਕੀਤੀ ਹਾਂਜੀ ਹਾਂਜੀ and that guy treated her just like, you know, if I, you know, sorry to say, just like a slave in his life. ਪਰ ਮੈਂ ਫਿਰ ਵੀ my wishes and you know all courage goes to that woman. ਉਸ ਕੁੜੀ ਨੂੰ 3 ਸਾਲ ਲੱਗੇ ਦੇਖੋ ਜਦੋਂ ਆਪਾਂ ਇੱਦਾਂ ਦੇ ਸਿਚੁਏਸ਼ਨ 'ਚ ਹੁੰਦੇ ਨਾ I just, you know, it was amount to listen and find one strength in that person. ਉਹ ਕੁੜੀ ਦੀ ਇੱਕ strength ਸੀ ਕਿ ਉਹਨੂੰ threading ਕਰਨੀ ਆਉਂਦੀ ਸੀ ਓਕੇ ਦੇਖੋ and she learned how to speak in English. She started doing threading. Then eventually she got a job and then she left that partner. But ਕਈ ਵਾਰ ਉਹ ਸਾਡੀ ਇੱਕ strength ਨਾ ਉਹ ਜੇ ਆਪਾਂ ਸਿਰਫ ਕਿਸੇ ਨੂੰ ਸੁਣ ਲਈਏ ਤਾਂ ਉਹ ਲੱਭ ਜਾਂਦੀ. Everyone has a right to feel safe. But ਕਈ ਵਾਰ you know you don't have that opportunity. You don't have that one single person in your life ਜਿਹੜਾ ਕਹਿ ਸਕੇ ਕਿ I am here. I believe you. ਸੋ ਤੁਹਾਡੇ ਹਿਸਾਬ ਨਾਲ ਜੇ ਤੁਸੀਂ ਸੈਲਫ ਡਿਪੈਂਡੈਂਟ ਹੋ ਜਾਓ ਜਿਹੜਾ ਵੀ ਤੁਹਾਡਾ ਸਕਿੱਲ ਆ then it's easier for you to like escape a toxic relationship. ਇਹ ਆਈ ਥਿੰਕ ਮੈਨੂੰ ਲੱਗਦਾ ਕਿ ਇੱਕ ਪਰਪਸ ਹੀ ਆ ਤੁਹਾਡਾ ਹਾਂਜੀ। ਜ਼ਿੰਦਗੀ ਦਾ ਜਿਹੜੀ ਚੀਜ਼ ਤੁਹਾਨੂੰ ਬਹੁਤ ਜਿਹੜੀਆਂ ਜ਼ਿੰਦਗੀ ਦੀਆਂ ਪ੍ਰੋਬਲਮ ਹੁੰਦੀਆਂ ਨੇ ਉਹ 'ਚੋਂ ਤੁਸੀਂ ਮਤਲਬ ਗਾਹਾਂ ਨਿਕਲ ਸਕਦੇ ਹਾਂਜੀ ਉਹ ਸਿਰਫ ਉਹਦੇ ਚੀਜ਼ ਕਰਕੇ ਉਹ ਤੁਹਾਨੂੰ ਮਤਲਬ ਜਿਵੇਂ ਤੁਸੀਂ ਫਾਈਂਡ ਕਰਿਆ ਉਹ ਚੀਜ਼ ਹੈ ਨਾ ਫਾਈਂਡ ਕਰਨਾ ਜ਼ਰੂਰੀ ਆ ਆਪਦੇ 'ਚ ਸਾਰਿਆਂ 'ਚ ਗਿਫਟ ਹੁੰਦੇ ਨੇ ਹਾਂਜੀ ਤੇ ਇਦਾਂ ਹੀ ਮੈਨੂੰ ਲੱਗਦਾ ਤੁਹਾਨੂੰ ਪਤਾ ਵੀ ਜਿਵੇਂ ਬਹੁਤ ਜੇ ਪਹਿਲਾ ਟਾਈਮ ਦੀ ਗੱਲ ਕਰੇ ਨਾ ਵੂਮਨ ਕਾਫੀ ਡਿਪੈਂਡੈਂਟ ਸੀਗੀ ਮੈਨ ਤੇ ਹਾਂਜੀ ਤਾਂ ਉਹ ਚੀਜ਼ ਦਾ ਗਲਤ ਵੀ ਓਬਵੀਅਸਲੀ ਫਾਇਦਾ ਵੀ ਚੱਕਿਆ ਜਾਂਦਾ ਸੀਗਾ ਹਾਂਜੀ। ਤੇ ਅੱਜ ਕੱਲ੍ਹ ਜਿਵੇਂ ਥੋੜਾ ਜਿਹਾ 50-50 ਵੀ ਹੋ ਗਿਆ ਮੋਸਟਲੀ ਸੋ ਮਤਲਬ ਵੂਮਨ ਵੀ ਓਨਾ ਹੀ ਕਮਾਉਂਦੇ ਨੇ ਜਿੰਨਾ ਮੈਨ ਕਮਾਉਂਦੇ ਨੇ ਸੋ ਕਾਫੀ ਚੀਜ਼ਾਂ 'ਚ ਬਰਾਬਰ ਹੋ ਗਿਆ ਉਹ ਚੀਜ਼ ਤੇ ਇਦਾਂ ਹੀ ਮੈਨੂੰ ਲੱਗਦਾ ਜਿਵੇਂ ਹੁਣ ਕੇਸ ਸੀਗਾ ਇਹਨਾਂ ਨੇ ਜਤਿੰਦਰ ਕੌਰ ਨੇ ਸ਼ੇਅਰ ਕੀਤਾ ਸੀਗਾ ਹਾਂਜੀ ਕਿ ਵੂਮਨ ਨੂੰ ਕਾਫੀ ਬੁਰੀ ਤਰ੍ਹਾਂ ਉਹਨਾਂ ਨੂੰ ਨਾ ਮੈਲਬਨ ਦਾ ਕੇਸ ਸੀਗਾ ਉਹ ਕਾਫੀ ਉਹਦੇ ਹਸਬੈਂਡ ਨੇ ਮਾਰਿਆ ਉਹਨੂੰ ਤੇ ਉਹਨੂੰ ਹੈਡ ਇੰਜਰੀਜ਼ ਵੀ ਹੋ ਗਈਆਂ ਸੀਗੀਆਂ ਹਾਂਜੀ ਤੇ ਉਹ ਹਸਪੀਟਲ ਦੇ ਵਿੱਚ ਵੀ ਰਹੀ ਆ ਹਾਂਜੀ ਤੇ ਉਹ ਉਹਨੂੰ ਮਤਲਬ ਹੋਸ਼ ਆਉਣ ਤੋਂ ਬਾਅਦ ਓਬਵੀਅਸਲੀ ਜਦ ਰਿਕਵਰੀ ਹੋ ਗਈ ਫਿਰ ਉਹਨਾਂ ਨੇ ਉਹਦੇ ਨਾਲ ਗੱਲ ਕਰੀ ਸੀਗੀ ਉਹ ਫਿਰ ਵੀ ਸ਼ੀ ਵਾਸ ਵਿਲਿੰਗ ਟੂ ਗਿਵ ਅਨਦਰ ਚਾਂਸ ਟੂ ਹਰ ਹਸਬੈਂਡ Wow, ਸੋ that's crazy. ਉਹਨੂੰ ਲੱਗਿਆ ਕਿ ਯਾਰ ਮੈਂ ਪਾਰਟਨਰ ਤੋਂ ਬਿਨਾਂ ਮੈਂ ਕੀ ਕਰੂੰਗੀ ਮੇਰੇ ਕੋਲੇ ਕੋਈ ਹੋਰ ਆਪਸ਼ਨ ਨਹੀਂ ਹੈਗੀ ਮੈਂ ਇਕੱਲੀ ਕਿਵੇਂ ਹੈਂਡਲ ਕਰੂੰਗੀ ਤੁਹਾਨੂੰ ਕੀ ਲੱਗਦਾ ਐਜੂਕੇਸ਼ਨ ਅਵੇਅਰਨੈਸ ਨਾ ਹੋਣ ਕਰਕੇ ਇਦਾਂ ਦੀ ਚੀਜ਼ਾਂ ਦੇਖੋ ਸਭ ਤੋਂ ਵੱਡੀ ਮਿਸਕਨਸੈਪਸ਼ਨ ਆ ਹੈ ਨਾ ਜਿੱਦਾਂ ਤੁਸੀਂ ਕਿਹਾ ਵਾਓ ਕ੍ਰੇਜ਼ੀ ਹੈ ਨਾ ਆਈ ਜਸਟ ਵਾਂਟ ਟੂ ਕਿਉਂਕਿ ਆਪਾਂ ਬਹੁਤ ਕਹਿ ਲਓ ਕਿ ਆਪਾਂ ਮਿਸਕਨਸੈਪਸ਼ਨ ਆ ਕਿ ਵਾਈ ਡੋਂਟ ਸ਼ੀ ਲੀਵ ਉਹਨੂੰ ਮਾਰਦਾ ਵੀ ਆ ਕੁੱਟਦਾ ਵੀ ਆ ਹੈ ਨਾ ਵਾਈ ਡੋਂਟ ਸ਼ੀ ਲੀਵ ਪਰ ਹੁਣ ਜਿੱਦਾਂ ਤੁਸੀਂ ਜਤਿੰਦਰ ਕੌਰ ਜੀ ਵਾਲੇ ਕੇਸ ਦੀ ਗੱਲ ਕਰਦੇ ਆ ਮੇਰੇ ਵਾਲੇ ਆਈ ਨੋ ਸ਼ੀ ਡਜ਼ਨਟ ਹੈਵ ਆਪਸ਼ਨ ਸ਼ੀ ਡਜ਼ਨਟ ਯੂ ਨੈਵਰ ਨੋ ਉਹ ਬੰਦਾ ਹੀ ਪਤਾ ਹੁੰਦਾ ਜਿਹੜਾ ਉਹ ਵਾਕਿੰਗ ਯੂ ਨੋ ਔਨ ਦੈਟ ਪਰਸਨ ਸ਼ੂਜ਼ ਇਜ਼ ਵੈਰੀ ਡਿਫਰੈਂਟ ਵਾਕਿੰਗ ਇਨ ਦੈਟ ਪਰਸਨ ਸ਼ੂਜ਼ ਬਿਕੋਜ਼ ਹੁਣ ਮੇਰੇ ਕੇਸ ਜਿਹੜੀ ਉਹ ਕੁੜੀ ਸੀਗੀ ਹੈ ਨਾ she has no parents, she has no financial independence ਹੈ ਨਾ she knows he is the only provider. ਹੁਣ ਮੈਨੂੰ ਇਸ ਕੇਸ ਕੁੱਟ ਖਾ ਕੇ ਵੀ ਇੱਕ ਕੁੜੀਆਂ ਜਿਹੜੀ ਹੋਪ ਹੁੰਦੀ ਹੈ ਨਾ ਕਿ ਹੋਪ ਬਿਕੋਜ਼ ਆਪਾਂ ਜਦੋਂ ਫੈਮਿਲੀ ਵਾਇਲੈਂਸ 'ਚ ਹੁੰਦੇ ਨਾ ਇਟਸ ਅ ਸਾਈਕਲ ਆਫ ਵਾਇਲੈਂਸ ਹਰ ਰੋਜ਼ ਸਟੇਜਸ ਚੇਂਜ ਹੁੰਦੀਆਂ ਰਹਿੰਦੀਆਂ ਵਨ ਇਜ਼ ਹਨੀਮੂਨ ਫੇਸ ਜਦੋਂ ਯੂ ਆਰ ਲਾਈਕ ਬਾਇੰਗ ਫਲਾਵਰਸ ਫॉर द person like I'll change ਐਂਡ ਆਪਣੇ 'ਚ ਨਾ ਇੱਕ ਹੋਪ ਹੁੰਦੀ ਐਂਡ ਹੋਪ ਸਸਟੇਨਸ ਲਾਈਫ ਯੂ ਨੋ ਕਿ ਉਹ ਹੋਪ ਹੁੰਦੀ ਕੁੜੀ 'ਚ ਕਿ ਯਾਰ ਨਹੀਂ ਇਹ ਬਦਲ ਜੂਗਾ ਸ਼ਾਇਦ ਕਿਉਂਕਿ ਜਦੋਂ ਇਹ ਰੀਜ਼ਨ ਕੀ ਹੁੰਦਾ ਹੋਪ ਦਾ ਜਦੋਂ ਆਪਾਂ ਕਿਸੇ ਨੂੰ ਰਿਲੇਸ਼ਨਸ਼ਿਪ 'ਚ ਪੈਂਦੇ ਨਾ ਸਟਾਰਟਿੰਗ 'ਚ ਤੁਹਾਨੂੰ ਪਤਾ ਕਿੰਨੇ ਸੁਪਨੇ ਦਿਖਾਉਂਦੇ ਇਟਸ ਲਾਈਕ ਯੂ ਨੋ ਸਟਾਰਟਿੰਗ 'ਚ ਹਾਊ ਇਜ਼ ਦੈਟ ਰਿਲੇਸ਼ਨਸ਼ਿਪ ਵੀ ਗਿਵ ਅਰ 100% ਟੂ ਦੈਟ ਰਿਲੇਸ਼ਨਸ਼ਿਪ ਚਾਹੇ ਆਪਾਂ ਖੁਦ ਲਵ 'ਚ ਬੈਂਕਰਪਟ ਹੋ ਜਾਈਏ ਨਾ ਹਾਊ ਦੇ ਸੇ ਵੀ ਗਿਵ 100% ਐਂਡ ਫਿਰ ਸਾਨੂੰ ਲੱਗਦਾ ਉਹ ਸਸਟੇਨੇਬਿਲਿਟੀ ਬਹੁਤ ਜ਼ਰੂਰੀ ਆ ਉਹੀ ਰਿਸਪੈਕਟ ਉਹੀ ਪਿਆਰ ਦੇਣਾ ਉਹ ਤੁਹਾਨੂੰ ਪਤਾ ਜਦੋਂ ਫੈਕਟਰਸ ਚੇਂਜ ਹੁੰਦੇ ਸਪੋਜ਼ ਕਰੋ ਇੱਥੇ ਆਣਾ ਹੈ ਨਾ ਜਦੋਂ ਤੁਹਾਡੀ ਲਾਈਫ 'ਚ ਬੱਚੇ ਹੁੰਦੇ ਦੇ ਆਰ ਰੀਅਲੀ ਹਾਰਡ ਵਰਕ ਹੈ ਨਾ ਜੇ ਮਤਲਬ ਪਰਸਨਲੀ ਵੀ ਗੱਲ ਕੀਤੀ ਜਾਵੇ ਮਾਈ ਰਿਲੇਸ਼ਨਸ਼ਿਪ ਇਜ਼ ਨਾਟ ਦ ਸੇਮ ਵਿਚ ਵਾਜ਼ ਯੂ ਨੋ 13 years ago ਬਟ ਯੂ ਨੀਡ ਟੂ ਫਾਈਂਡ ਅ ਸੋਲਿਊਸ਼ਨ ਯੂ ਨੀਡ ਟੂ ਬੈਲੈਂਸ ਇਟ ਆਊਟ ਪਰ ਜੇ ਉਹ ਕੁੱਟ ਖਾ ਕੇ ਰਹਿੰਦੀ ਹਾਲੇ ਉਹ ਕੋ ਕੋਈ ਹੋਰ ਐਵੀਨਿਊ ਆਪਸ਼ਨ ਨਹੀਂ ਹੈਗਾ ਮਤਲਬ ਕਿ ਹਾਲੇ ਤੱਕ ਉਹਨੂੰ ਉਹ ਹਿੰਮਤ ਨਹੀਂ ਜੁਟਾ ਪਾਈ ਐਂਡ ਇੱਕ ਵੂਮਨ ਨੂੰ 37 ਟਾਈਮਸ ਲੱਗਦੇ ਆ go through the process whether I leave him or not, should I go back or come back. It's research ਇਹ ਅਟੈਚਮੈਂਟ ਕਰਕੇ ਆ trauma, attachment and so many things. No hope, ਹੋਰ ਕਿਤੇ hope ਨਹੀਂ ਦਿਖਣੀ ਤੁਹਾਡਾ comfort ਕਹਿੰਦੇ ਆ ਨਾ
ਆਪਣੇ ਪੰਜਾਬੀ 'ਚ ਇੱਕ ਅੜੇਜ ਆ ਕਿ ਆਪਣਾ ਮਾਰੂਗਾ ਤਾਂ ਛਾਵੇਂ ਹੀ ਸੁੱਟੂਗਾ, ਸਮਥਿੰਗ ਲਾਈਕ ਦੈਟ, ਹਾਂਜੀ ਹੈ ਨਾ। ਸਾਨੂੰ ਲੱਗਦਾ ਐਟਲੀਸਟ ਆਈ ਨੋ ਦਿਸ ਪਰਸਨ, ਹੁਣ ਜੇ ਇਹਨੂੰ ਛੱਡ ਕੇ ਇਹ ਤੋਂ ਵੀ ਬੁਰਾ ਮਿਲਿਆ ਆਪਣੇ ਆਪ 'ਚ, ਕਿਉਂਕਿ ਤੁਹਾਡੀ ਸੈਲਫ ਡਾਊਟ ਫੈਮਿਲੀ ਵਾਇਲੈਂਸ ਨਾਲ ਤੁਹਾਡਾ ਕੌਨਫੀਡੈਂਸ ਹੌਲੀ ਡਿਮਿਨਿਸ਼ ਕਰਦੀ ਰਹਿੰਦੀ ਆ ਇਹ ਗੱਲ ਬਹੁਤ। ਇਟਸ ਲਾਈਕ ਤੁਹਾਨੂੰ ਨਹੀਂ ਪਤਾ ਹੁੰਦਾ ਹਾਊ ਸਮਵਨ ਇਜ਼ ਪਲੇਇੰਗ ਵਿਦ ਯੋਰ ਮਾਈਂਡ ਗੇਮ। ਇਹ ਵੀ ਗੱਲ ਸੀ। ਬਾਕੀ ਮੈਨੂੰ ਇਹ ਵੀ ਲੱਗਦਾ ਕਿ ਇਹ ਮਤਲਬ ਇੱਕ ਨਾ ਮਿਸਕਨਸੈਪਸ਼ਨ ਆ, ਤੇ ਦਿਮਾਗ 'ਚ ਤੁਹਾਨੂੰ ਇੱਦਾਂ ਸੋਚਣਾ ਨਹੀਂ ਚਾਹੀਦਾ ਕਿ ਦੇ ਵਿਲ ਚੇਂਜ, ਹਾਂ ਕਿਉਂਕਿ ਜਿਹੜਾ ਜਿੱਦਾਂ ਦਾ ਹੈਗਾ ਉਹ ਤੁਹਾਨੂੰ ਪਹਿਲਾਂ ਹੀ ਉਹ ਚੀਜ਼ ਦੀ ਪਰਖ ਕਰਨੀ ਚਾਹੀਦੀ ਆ। ਡੈਫੀਨੇਟਲੀ। ਸੋ ਕਿਉਂਕਿ ਕੁਛ ਵੀ ਆ ਜ਼ਿੰਦਗੀ ਦੇ ਵਿੱਚ, ਆਪਾਂ ਜੇ ਹੁਣ ਕਈ ਵਾਰੀ ਸੋਚਦੇ ਹਾਂ ਕਿ ਯਾਰ ਮੈਂ ਨਾ ਹੁਣ ਇੰਨੀ ਮਿਹਨਤ ਕਰੂੰਗਾ, ਮੈਂ ਕਰੂੰਗਾ, ਫਿਰ ਉੱਥੇ ਜਾ ਕੇ ਫਿਰ ਮੈਂ ਆਈ ਵਿਲ ਰਿਲੈਕਸ, ਬਟ ਦੇयर ਇਜ਼ ਨੋ ਸੱਚ ਥਿੰਗ ਐਜ਼ ਰਿਲੈਕਸ। ਮਤਲਬ ਲਾਈਫ ਦੇ ਵਿੱਚ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ, ਹਮੇਸ਼ਾ ਪ੍ਰੋਬਲਮਸ ਵੀ ਚੱਲਦੀਆਂ ਰਹਿੰਦੀਆਂ ਨੇ। ਇੱਦਾਂ ਹੀ ਇਨਸਾਨਾਂ ਦੇ ਨਾਲ ਤੁਸੀਂ ਆਈ ਥਿੰਕ ਅਨਲੈਸ ਉਹ ਖੁਦ ਚੇਂਜ ਕਰਨਾ ਚਾਹੁੰਦੇ ਨੇ ਆਪਣੇ ਆਪ ਨੂੰ, ਫਿਰ ਚੇਂਜ ਹੋ ਸਕਦੇ ਨੇ। ਅਸੈਪਟੈਂਸ ਬਹੁਤ ਜ਼ਰੂਰੀ ਹੈ। ਅਸੈਪਟ ਕਿ ਉਹ ਬੰਦਾ ਗਲਤ ਆ, accept he's threatening your self esteem, he's not good for your peace, and ਸਭ ਤੋਂ ਵੱਡੀ ਗੱਲ ਮੈਂ women men ਕੋਈ ਵੀ ਉਹਨਾਂ ਨੂੰ ਕਹਿਣਾ ਚਾਹੂੰਗੀ, you are the only person responsible for your happiness, nobody else। ਮਤਲਬ ਆਪਾਂ ਦੂਜਿਆਂ 'ਚ ਲੱਭਣਾ ਬੰਦ ਕਰੀਏ ਕਿ ਸਾਡੀ ਖੁਸ਼ੀ ਦੂਜਿਆਂ 'ਚ ਆ, ਠੀਕ ਆ, ਦੂਜਿਆਂ 'ਚ ਨਾਲ ਆ, that person should uplift you, not bring you down। ਪਹਿਲਾਂ ਇਹੀ ਗੱਲ ਹੈ, ਪਹਿਲਾਂ ਜੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖੋਗੇ ਫਿਰ ਵੀ ਤੁਸੀਂ ਕਿਸੇ ਨੂੰ ਖੁਸ਼ ਰੱਖ ਸਕਦੇ। ਜੇ ਤੁਸੀਂ ਆਪਾਂ ਜਦੋਂ ਏਅਰਪਲੇਨ 'ਚ ਟਰੈਵਲ ਕਰਦੇ ਹਾਂ ਤਾਂ ਉਹ ਹਮੇਸ਼ਾ ਕਹਿੰਦੇ ਆ ਕਿ ਬਿਫੋਰ ਪੁਟਿੰਗ ਆਕਸੀਜਨ ਮਾਸਕ ਔਨ ਸਮਵਨ ਮੇਕ ਸ਼ੋਰ ਇਟਸ ਔਨ ਯੂ ਐਜ਼ ਵੈਲ, ਕਿਉਂਕਿ ਜੇ ਤੁਸੀਂ ਨਹੀਂ ਬਰੀਥ ਕਰ ਰਹੇ ਤੁਸੀਂ ਕਿਸੇ ਦੀ ਹੈਲਪ ਕਿੱਦਾਂ ਕਰੋਗੇ। ਸੋ ਆਪਾਂ ਆਈ ਥਿੰਕ ਟੂ ਮੱਚ ਐਕਸਪੈਕਟ ਕਰ ਲੈਂਦੇ ਹਾਂ ਕਿ ਸਾਨੂੰ ਖੁਸ਼ੀ ਬਾਹਰੋਂ ਮਿਲਣੀ ਆ ਸ਼ਾਇਦ, ਬਟ ਜਿਹੜੀ ਸਾਡੀ ਡਿਊਟੀ ਆਪਣੇ ਆਪ ਨੂੰ ਹੈਪੀਨੈਸ ਰੱਖਣ ਦੀ, ਆਪਣੇ ਆਪ ਨੂੰ ਹੈਪੀ ਰੱਖਣ ਦੀ, ਉਹ ਅਸੀਂ ਬਿਲਕੁਲ ਹੀ ਭੁੱਲ ਜਾਂਦੇ ਹਾਂ। ਲਾਈਕ ਹੈ ਨਾ ਦਿਸ ਪੈਟ। ਉਹ ਮੈਨੂੰ ਇਹ ਵੀ ਲੱਗਦਾ ਕਿ ਤੁਸੀਂ ਆਈ ਥਿੰਕ ਬਿਫੋਰ ਤੁਸੀਂ ਮਤਲਬ ਇਹ ਸ਼ੁਰੂ ਤੋਂ ਆਈ ਥਿੰਕ ਬੈਕਗਰਾਊਂਡ 'ਚ ਅਗਰ ਜਾਈਏ ਆਪਾਂ, ਕਿ ਤੁਹਾਨੂੰ ਆਪਦੇ ਆਪ 'ਤੇ ਸ਼ੁਰੂ ਤੋਂ ਹੀ ਵਰਕ ਕਰਨਾ ਚਾਹੀਦਾ। ਤਾਂ ਜੇ ਤੁਸੀਂ ਆਪਦੇ ਆਪ 'ਤੇ ਵਰਕ ਕਰੋਗੇ, ਚਾਹੇ ਤੁਸੀਂ ਫਿਜ਼ੀਕਲੀ ਕਹਿ ਲਓ, ਆਪਣੀ ਫਿਟਨੈਸ ਕਹਿ ਲਓ ਇੰਪਰੂਵ ਕਰ ਰਹੇ ਹੋ, ਜਾਂ ਤੁਸੀਂ ਆਪਣੀ ਨੌਲੇਜ ਇਨਕਰੀਜ਼ ਕਰ ਰਹੇ ਹੋ, ਤਾਂ ਉਹਦੇ ਨਾਲ ਥੋੜ੍ਹਾ ਸੈਲਫ ਵਰਥ ਇਨਕਰੀਜ਼ ਹੋ ਰਿਹਾ। ਤੁਸੀਂ ਫਿਰ ਆਪਣੇ ਆਪ 'ਚ ਖੁਸ਼ੀ ਲੱਭਦੇ ਹੋ। ਹਾਂਜੀ, ਆਪਣੇ ਆਪ 'ਚ ਖੁਸ਼ ਵੈਸੇ ਹੀ ਹੋ ਜਾਂਦੇ ਤੁਸੀਂ ਜਦ ਤੁਸੀਂ ਆਪਦੀ ਇੰਪਰੂਵਮੈਂਟ ਦੇਖਦੇ ਹੋ, ਰਿਜ਼ਲਟਸ ਦੇਖਦੇ ਹੋ। ਸੋ ਜੇ ਤੁਸੀਂ ਆਪਣੇ ਆਪ 'ਚ ਖੁਸ਼ ਹੋਵੋਗੇ, ਫਿਰ ਤੁਸੀਂ ਪਾਰਟਨਰ ਨਾਲ ਓਬਵੀਅਸਲੀ ਹੈ ਨਾ ਮੈਰਿਜ ਕਰਾਓਗੇ ਜਾਂ ਕੁਛ ਕਰਵਾਓਗੇ, ਸੋ ਦੈਨ ਤੁਸੀਂ ਆਪ ਹੀ ਪਹਿਲਾਂ ਹੀ ਖੁਸ਼ ਹੋ, ਯੂ ਜਸਟ ਗਿਵਿੰਗ। ਤੁਸੀਂ ਲੈਣ ਲਈ ਨਹੀਂ ਕੁਛ ਤੁਸੀਂ ਮੈਰਿਜ ਕਰਵਾਈ। ਨਾਲੇ ਪਰ ਇੱਥੇ ਮੈਂ ਕਹੂੰਗੀ ਲੈਣ ਦੀ ਨਹੀਂ ਮੈਰਿਜ ਕਰਵਾਈ। ਐਂਡ ਸਭ ਤੋਂ ਵੱਡੀ ਗੱਲ ਪਤਾ ਕੀ ਹੈ, ਸਾਡੀਆਂ ਵੂਮੈਨ ਆਰ ਨਰਚਰਰਸ। ਮਤਲਬ ਅਸੀਂ ਇੱਕ ਬਿਲੋਂਗ ਕਰਦੇ ਹਾਂ ਕੋਲੈਕਟਿਵ ਸੁਸਾਇਟੀ ਨੂੰ, ਹੈ ਨਾ, ਕੋਲੈਕਟਿਵ ਕਲਚਰ ਨੂੰ, ਹੈ ਨਾ। ਐਂਡ ਆਪਾਂ ਹੁਣ ਪੈਟਰੀਆਰਕੀ ਦੀ ਗੱਲ ਕਰਦੇ ਹਾਂ ਜਾਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਪਰ ਮੈਨੂੰ ਸਟਿਲ ਆਈ ਬਿਲੀਵ ਇਨ ਜੈਂਡਰ ਬੇਸਡ ਆਫ ਰੋਲਸ ਵਿਚ ਹੈਜ਼ ਬੀਨ ਡਿਜ਼ਾਈਨਡ ਬਾਈ ਆਰ ਐਂਸੈਸਟਰ। ਕਿਉਂਕਿ ਮੈਨੂੰ ਲੱਗਦਾ ਜੋ ਪਿਆਰ ਨਾਲ, ਸਿੰਪਲ ਹੀ ਗੱਲ ਆ, ਜੋ ਪਿਆਰ ਨਾਲ ਮੈਂ ਆਪਣੇ ਬੱਚਿਆਂ ਨੂੰ ਬਣਾ ਕੇ ਕੁਛ ਵੀ ਆਪਣੇ ਬੱਚਿਆਂ ਲਈ ਟੂ ਨੈਕਸਟ ਲੈਵਲ ਕਰ ਸਕਦੀ ਹਾਂ ਨਾ, ਚਾਹੇ ਕਹਿ ਲਓ ਕਿ ਸੈਲਫ ਡਾਊਟ ਆ ਮੇਰੇ 'ਚ ਕੁਛ ਵੀ ਆ, ਮੈਨੂੰ ਲੱਗਦਾ ਜੋ ਵੂਮਨ ਕਰ ਸਕਦੀ ਹੈ ਨਾ। ਐਂਡ ਮੇਬੀ ਆਈ ਕਾਂਟ ਵਰਕ ਫॉर 20 hours ਵਿਚ ਮਾਈ ਹਸਬੈਂਡ ਇਜ਼ ਮੋਰ ਕੈਪੇਬਲ ਆਫ ਵਰਕਿੰਗ ਟੂ ਦੈਟ। ਤਾਂ ਮੈਨੂੰ ਲੱਗਦਾ ਆਪਾਂ ਨੂੰ ਰਿਸਪੈਕਟ ਕਰਨੇ ਚਾਹੀਦੇ ਕਿ ਹੀ ਇਜ਼ ਗੁੱਡ ਇਨ ਦੈਟ ਯੋਨਰ, ਆਈ ਐਮ ਗੁੱਡ ਇਨ ਦੈਟ ਯੋਨਰ, ਹੈ ਨਾ। ਉਹ ਨੈਚੁਰਲੀ ਇੱਕ ਵੂਮਨ ਨਰਚਰਰ ਆ, ਤੇ ਫਿਰ ਆਪਾਂ ਨਰਚਰਰ 'ਚ ਨਾ ਆਪਾਂ ਬੈਂਕਰਪਟ ਨਾ ਹੋਈਏ, ਆਪਾਂ ਪਿਆਰ ਕਰੀਏ, ਦਈਏ, ਪਰ ਵੀ ਕ੍ਰੀਏਟ ਅ ਬਾਉਂਡਰੀ ਕਿ ਮੈਂ ਤੈਨੂੰ ਇੰਨਾ ਪਿਆਰ ਦੇ ਰਹੀ ਹਾਂ, ਠੀਕ ਆ, ਪਰ ਅਨਲੈਸ ਅੰਟਿਲ ਇਟਸ ਨਾਟ ਥ੍ਰੈਟਨਿੰਗ ਮਾਈ ਪੀਸ, ਇਟਸ ਨਾਟ ਡੈਮੇਜਿੰਗ ਮਾਈ ਪੀਸ ਆਫ ਮਾਈਂਡ, ਮਾਈ ਲਵ, ਮਾਈ ਐਸਟੀਮ, ਹੈ ਨਾ। ਸੋ ਲੈਟਸ lift each other, create a safe environment, not like where you have the right to abuse me, I have to do what you have to tell me। ਸੋ ਤੁਸੀਂ ਇੱਦਾਂ ਦੀ ਜਿੱਦਾਂ ਤੁਸੀਂ ਇਹ ਗੱਲ ਕੀਤੀ ਕਿ ਹਾਂ ਕਿਤੇ ਨਾ ਕਿਤੇ ਫੀਮੇਲ ਨੂੰ ਇਹ ਵੀ ਦੇਖਣਾ ਪੈਣਾ ਕਿ ਅਸੀਂ ਨਰਚਰ ਹੈਗੇ ਹਾਂ, ਅਸੀਂ ਇਹ ਆ ਕਿ ਅਸੀਂ ਸਟੈਪ ਆਊਟ ਕਰਦੇ ਹਾਂ ਸਾਡੇ ਟ੍ਰੈਡੀਸ਼ਨਲ ਰੋਲਸ ਤੋਂ ਕਈ ਵਾਰੀ। ਹਾਂ ਦੇ ਜਿਹੜੇ ਗਲਤ ਸੀਗੇ ਪਹਿਲਾਂ ਉਹ ਅਸੀਂ ਫਿਕਸ ਕਰੀਏ, ਹੈ ਨਾ, ਬਾਊਂਡਰੀਜ਼, ਪਰ ਜਿਹੜੀਆਂ ਸਹੀ ਆਪਣੀ ਫੈਮਿਲੀ ਦੀ ਬੈਟਰਮੈਂਟ ਲਈ ਬਣਾਈਆਂ ਗਈਆਂ ਸੀ, ਲੈਟਸ ਯੂਜ਼ ਦੈਟ। ਤੁਹਾਨੂੰ ਲੱਗਦਾ ਕਿ ਇੱਦਾਂ ਦੇ ਵੀ ਕੇਸਿਸ ਆਉਂਦੇ ਆ ਜਿੱਥੇ ਫੀਮੇਲਸ ਇਸ ਚੀਜ਼ ਨੂੰ ਦੀ ਐਡਵਾਂਟੇਜਸ ਲੈਂਦੀਆਂ, ਇੱਥੋਂ ਦੇ ਕਹਿ ਲਓ ਕਿ ਇੱਥੋਂ ਦਾ ਲਾਅ ਸਿਸਟਮ ਜਾਂ ਰੈਗੂਲੇਸ਼ਨ ਸਿਸਟਮ ਆ ਉਹ ਕਾਫੀ ਜ਼ਿਆਦਾ ਇਨ ਫੇਵਰ ਆ, ਮਤਲਬ ਕਿ ਲਾਈਕ ਇਟਸ ਅਵੇਲੇਬਲ, ਹੈ ਨਾ, ਕਿ ਤੁਸੀਂ ਫਰੀਲੀ ਯੂਜ਼ ਕਰ ਸਕਦੇ ਐਂਡ ਪੀਪਲ ਆਰ ਦੇਅਰ ਟੂ ਟਰਸਟ ਯੂ ਈਜ਼ਲੀ ਐਂਡ ਯੂ ਕੈਨ ਟੇਕ ਐਡਵਾਂਟੇਜ। ਤੁਹਾਨੂੰ ਲੱਗਦਾ ਕਿ ਇੱਦਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਉਹ ਇੱਥੋਂ ਬਾਹਰ ਜਾਣਾ ਚਾਹੁੰਦੇ ਆਪਣੇ ਟ੍ਰੈਡੀਸ਼ਨਲ ਰੋਲਸ ਤੋਂ? ਦੇਖੋ ਮੈਂ ਅੱਜ ਤੱਕ ਕਹਿ ਲਓ, ਹੁਣ ਤਾਂ ਮੈਨੂੰ ਕੇਸਿਸ ਵੀ ਨਹੀਂ ਯਾਦ, ਪਰ ਜੇ ਤੁਸੀਂ ਰਫਲੀ ਕਰੋ ਕਿ ਘੱਟੋ ਘੱਟ 500-600
ਤਾਂ ਕਹਿ ਲਓ ਸਾਊਥ ਏਸ਼ੀਅਨ ਵੂਮੈਨ ਦਾ ਕੇਸ ਮੈਨੇਜਮੈਂਟ ਕੀਤੀ ਹੋਗੀ ਹੈ ਨਾ, ਹਾਂਜੀ 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 ਉਹ 'ਚੋਂ ਲੋਕੀ ਆਹ ਭੁੱਲ ਜਾਂਦੇ ਆ ਜਦੋਂ ਹੁਣ ਆਪਾਂ ਅਸੈਸਮੈਂਟ ਕਰਦੇ ਹਾਂ ਨਾ, ਵੀ ਹੈਵ ਵਿਚ ਵੀ ਕਾਲ ਕਾਮਨ ਰਿਸਕ ਅਸੈਸਮੈਂਟ ਫਰੇਮਵਰਕ ਪ੍ਰੈਕਟਿਸ ਹੈ ਨਾ, ਉਹਨੂੰ ਆਪਾਂ ਰਿਸਕ ਅਸੈਸਮੈਂਟ ਕਹਿੰਦੇ ਆ ਹੈ ਨਾ। ਤੁਸੀਂ ਇੱਕ ਪ੍ਰੋਫੈਸ਼ਨਲ ਦੇ ਅੱਗੇ ਵੀ ਹੈਵ ਆਲ ਦੈਟ ਕੁਐਸਚਨਰ, ਚਾਹੇ ਅਸੀਂ ਡਾਇਰੈਕਟਲੀ ਤੁਹਾਨੂੰ ਪੁੱਛਦੇ ਨਹੀਂ ਪੁੱਛਦੇ, ਬਟ ਵੀ ਹੈਵ ਆਲ ਦ ਥਿੰਗਸ ਟੂ ਗੋਨ ਥਰੂ, ਵਰਸਟ ਇੰਸੀਡੈਂਟ, ਰੀਸੈਂਟ ਇੰਸੀਡੈਂਟ, ਯੂ ਨੋ। ਤੇ ਆਪਾਂ ਆਹ ਭੁੱਲ ਜਾਂਦੇ ਆ ਕਿ ਅਗਲਾ ਪ੍ਰੋਫੈਸ਼ਨਲ ਕੋਈ ਪਾਗਲ ਨਹੀਂ ਹੈਗਾ, ਦੇ ਹੈਵ ਦੀਜ਼ ਅਸੈਸਮੈਂਟ ਟੂਲ, ਦੇ ਵਿਲ ਗੈਟ ਟੂ ਨੋ। ਤਾਂ ਬੜੀ ਜਲਦੀ ਪਤਾ ਲੱਗ ਜਾਂਦਾ ਜਦੋਂ ਇਟਸ ਅ ਜੈਨੂਇਨ FDV ਔਰ ਦੇਰ ਇਜ਼ ਅ ਡਿਸਐਗਰੀਮੈਂਟ ਆਫ ਰਿਲੇਸ਼ਨਸ਼ਿਪ। ਤੁਸੀਂ ਦੱਸੋ ਕਿਹੜੇ ਰਿਲੇਸ਼ਨਸ਼ਿਪ ਡਿਸਐਗਰੀਮੈਂਟ ਨਹੀਂ ਹੁੰਦੇ, ਸਾਰੇ ਹੁੰਦੇ ਹੈ ਨਾ। ਆਹ ਝੂਠ ਹੋਊਗਾ ਕਹਿਣਾ ਕਿ ਆਪਾਂ ਆਰਗਿਊ ਨਹੀਂ ਕਰਦੇ ਜਾਂ ਆਪਾਂ ਨਹੀਂ ਕਦੀ ਬੋਲਦੇ ਜਾਂ ਅਗਲਾ ਬੰਦਾ ਨਹੀਂ ਬੋਲਦਾ, ਹੈ ਨਾ। ਇਟਸ ਲਾਈਕ ਜਦੋਂ ਵੈਨ ਇਟਸ ਨੋਟ ਪਾਵਰ ਐਂਡ ਕੰਟਰੋਲ, ਇਟਸ ਨੋਟ ਫੈਮਲੀ ਐਂਡ ਡੋਮੈਸਟਿਕ ਵਾਇਲੈਂਸ। ਪਰ ਹਾਂ ਸਮ ਵੂਮੈਨ ਆਈ ਹੈਵ ਕਮ ਅਕ੍ਰੋਸ ਕਿ ਸਹੇਲੀ ਨੇ ਕਹਿਤਾ ਅੱਛਾ ਮੈਨੂੰ FDV ਵੀਜ਼ਾ ਮਿਲ ਗਿਆ ਤੂੰ ਵੀ ਲੈ ਲਾ, ਯੂ ਨੋ ਵਟ ਆਈ ਮੀਨ। ਇਟ ਡਜ਼ਨਟ ਵਰਕ ਲਾਈਕ ਦੈਟ। ਮਤਲਬ ਕਿ ਜੇ ਤੈਨੂੰ ਆ ਗ੍ਰਾਂਟ ਮਿਲ ਰਹੀ ਹੈ ਤੂੰ ਵੀ ਲੈ ਲਾ। ਇਟਸ ਲਾਈਕ don't ever listen to those kind of people, Anna, who have no view, no idea what they're talking about, what's happening. Go for professional help because they have proper assessment tools. You know, ਤੁਸੀਂ ਕਿਤੇ ਮੈਨੂੰ ਲੱਗਦਾ ਹੁੰਦਾ ਕਿ such is like sky, and how I feel, you know, that will follow you through wherever you go. ਤੁਸੀਂ ਸੱਚ ਨੂੰ ਕਦੀ ਨਹੀਂ ਛੁਪਾ ਸਕਦੇ। ਜੇ ਤੁਸੀਂ genuine ਹੈਗਾ there is help available, ਜਦੋਂ ਨਹੀਂ genuine ਅੱਜ ਨਹੀਂ ਕੱਲ ਨਹੀਂ ਤਾਂ ਪਰਸੋਂ you will be caught out. ਪਰ ਮੋਸਟਲੀ ਹਾਂਜੀ, ਪਰ ਨੀਂਦ ਉਦੋਂ ਨਹੀਂ ਆਉਂਦੀ when your conscious is awake. When you already accepted, you have already decided, like, you know, doesn't matter, doesn't care, then ਜਿਹੜੀ ਵਾਇਲੈਂਸ ਦੀ ਕੰਪਲੇਂਟ ਆਉਂਦੀ ਹੈ ਜਿੱਥੇ ਵੇਅਰ ਮੈਨ ਹੁੰਦੇ ਆ ਕਾਜ਼ ਕਰਨ ਵਾਲੇ ਵਾਇਲੈਂਸ, ਮੋਸਟਲੀ ਤੁਹਾਨੂੰ ਕੀ ਲੱਗਦਾ ਕਿ ਇਸ ਚੀਜ਼ ਕਰਕੇ ਆਉਂਦੀ ਕਿ ਉਹ ਆਪਣਾ ਮੈਸੇਜ ਕਮਿਊਨੀਕੇਟ ਨਹੀਂ ਕਰ ਪਾਉਂਦੇ ਇਫੈਕਟਿਵਲੀ ਇੱਕ ਆਰਗੂਮੈਂਟ ਦੇ ਵਿੱਚ, ਦੇ ਜਸਟ ਇਰਪਟ ਕੀ ਮਤਲਬ ਫਿਜ਼ੀਕਲ ਅਬਿਊਜ਼ ਕਰਤਾ ਜਾਂ ਕੁਛ ਵੀ ਕਰਤਾ ਲਾਈਕ, ਔਰ ਜਾਂ ਫਿਰ ਉਹਨਾਂ ਨੂੰ ਓਬਵੀਅਸਲੀ ਐਜੂਕੇਸ਼ਨ ਹੀ ਨਹੀਂ ਹੈ ਕਿ ਯਾਰ ਸ਼ੀ ਇਜ਼ ਅ ਹਿਊਮਨ ਬੀਇੰਗ ਐਸ ਵੈਲ, ਜਿੱਦਾਂ ਮੈਂ ਹਿਊਮਨ ਬੀਇੰਗ ਹੈ ਸੋ ਸ਼ੀ ਡਿਜ਼ਰਵ, ਯੂ ਨੋ, ਲਾਈਕ ਉੱਦਾਂ ਦਾ ਕੁਛ। ਇੰਨਾ ਮੈਨੂੰ ਲੱਗਦਾ ਹੁੰਦਾ ਕਮਿਊਨੀਕੇਸ਼ਨ ਇਜ਼ ਦ ਕੀ, ਕੋਈ ਵੀ ਰਿਲੇਸ਼ਨਸ਼ਿਪ ਆ ਹੈ ਨਾ, ਕੋਈ ਵੀ। ਪਰ ਮੈਂ ਕਹਿ ਲਓ ਬ੍ਰਿੰਗਿੰਗ ਅਪ ਇਜ਼ ਅ big factor. It is, cultural biases, cultural, है ना, जे आपा born and brought up है ना कि it's okay, है ना, मेरे पापा मारी जाते मम्मी नू तो तुहानू लगना it's okay, it's normal, है ना। जे मेरे पापा जिद्दां हुण आपा ही है ना, if I don't take me wrong, चाहे चलो मैनू नहीं, but I have seen in my surroundings and everything, पेरेंट्स थप्पड़ थुप्पड़ लगा देंदे बच्चों नू, it's a normal thing for us। ਆਪਾਂ ਨੂੰ ਫਿਰ ਅੱਜ ਆਪਾਂ ਆ ਸੋਚਦੇ ਹਾਂ ਸਾਨੂੰ ਕੀ ਹੋਇਆ, ਅਸੀਂ ਵੀ ਤਾਂ ਥੱਪੜ ਖਾਦੇ ਹਾਂ। ਉੱਥੇ ਹੀ ਦੇਖੋ ਸਾਡੀ ਸੋਚ ਡੈਮੇਜ ਹੋ ਚੁੱਕੀ ਆ। ਵੀ ਹੈਵ ਅਦਰ ਵੇ ਟੂ ਡਿਸਪਲਿਨ ਚਿਲਡਰਨ, ਦੇਰ ਇਜ਼ ਅਨਦਰ ਵੇ ਟੂ ਕਮਿਊਨੀਕੇਟ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਸਾਡਾ ਕਲਚਰ, ਹਾਊ ਵੀ ਬੀਨ ਬੌਟ ਅਪ ਐਂਡ ਟਰਾਮਾ, ਯੂ ਨੈਵਰ ਨੋ ਕੋਈ ਬੰਦਾ ਕਿਹੜੇ ਟਰਾਮੇ 'ਚੋਂ ਗੁਜ਼ਰਿਆ ਹੋਇਆ, ਹੈ ਨਾ। ਅਤੇ ਅੱਗੇ ਆਈ ਵਾਜ਼ ਲਾਈਕ ਜਸਟ staunch feminist ਕਿ ਮੈਂ ਸਿਰਫ ਵੂਮਨ ਨਾਲ ਕੰਮ ਕੀਤਾ, but recently while working with the department I started working with men as well, you know, and there is a remorse as well. It's not like they don't want to change, ਉਹਨਾਂ ਨੂੰ ਇਨਸਾਈਟ ਹੀ ਨਹੀਂ ਹੈਗੀ ਕਿ ਆਪਾਂ ਕਿਉਂ ਆ ਕੀਤਾ, ਉਹਨਾਂ ਨੂੰ ਲੱਗਦਾ ਇਟਸ ਓਕੇ, ਇਟਸ ਯੂ ਨੋ, ਉਹਨਾਂ ਨੂੰ ਬਿਲਕੁਲ ਇਨਸਾਈਟ ਨਹੀਂ ਹੈਗੀ। ਪਰ ਲੱਕੀਲੀ there is help available for them as well. Choose Change ਇੱਕ program which is brilliant, and I have come across with 2 men, and again I'll give, you know, credit to them who have come up with this courage ਕਿ ਹਾਂਜੀ ਪ੍ਰੋਬਲਮ ਹੈਗੀ ਆ, ਮੇਰਾ ਆਪਣੇ ਗੁੱਸੇ 'ਤੇ ਕੰਟਰੋਲ ਨਹੀਂ ਹੈਗਾ, ਮੇਰੇ ਕੋਲ ਨਾਲ ਹੀ ਥੱਪੜ ਲੱਗ ਜਾਂਦਾ। ਤਾਂ he has worked, it's a 8 weeks free program, and now he's living a happy and healthy life with his 3 children and his wife. ਉਸ ਪ੍ਰੋਗਰਾਮ 'ਚ ਮਤਲਬ ਕਿਸ ਤਰ੍ਹਾਂ ਦਾ ਕੀ ਪ੍ਰੈਕਟਿਸਿਸ ਹੁੰਦੀਆਂ? ਉਹ 'ਚ ਦੇਖੋ, ਉਹ 'ਚ ਤੁਸੀਂ ਸੈਲਫ ਵੀ ਜਾ ਸਕਦੇ, ਸੈਲਫ ਰੈਫਰਲ ਵੀ ਕਰ ਸਕਦੇ। ਨੋਰਮਲੀ ਵੈਸੇ ਪੁਲਿਸ ਰੈਫਰਲ ਕਰਦੀ ਆ ਜਾਂ ਫਿਰ ਕੋਰਟ ਵੱਲੋਂ ਵੀ ਹੁੰਦਾ ਜਦੋਂ ਤੁਹਾਡੀ ਵਾਇਲੈਂਸ, ਜਿੱਦਾਂ ਵੂਮੈਨ ਆ, ਜਿੱਦਾਂ ਤੁਸੀਂ ਕਿਹਾ ਕਿ ਉਹ ਨਹੀਂ ਛੱਡਣਾ ਚਾਹੁੰਦੀ, ਹੈ ਨਾ। ਅਤੇ ਸਾਨੂੰ ਪਤਾ ਹੈ ਕਿ ਵੂਮੈਨ ਨੇ ਨਹੀਂ ਛੱਡਣਾ, ਪਰ ਸਾਨੂੰ ਪਤਾ ਕਿ ਉਹ ਬੰਦੇ ਨਾਲ ਸੇਫ ਨਹੀਂ ਹੈਗੀ, ਜੋ ਇੱਕ ਵਾਰ ਉਹਨੂੰ ਮਾਰ ਸਕਦਾ, ਅੱਜ ਉਹ ਬਚ ਗਈ, ਕੱਲ੍ਹ ਸ਼ੀ ਕੁਡ ਹੈਵ ਬੀਨ ਕਿਲਡ ਬਾਏ ਦੈਟ ਵਾਇਲੈਂਸ, ਹੈ ਨਾ। ਅਤੇ ਫਿਰ ਤੁਸੀਂ ਇੱਦਾਂ ਦੇ ਪ੍ਰੋਗਰਾਮ ਕਰਦੇ, ਕਿਉਂਕਿ ਅਸੀਂ ਸਾਡੀ ਸੁਸਾਇਟੀ ਕਹਿ ਲਓ ਇੱਥੇ ਵੀ ਵਾਈ ਵੀ ਵਾਂਟ ਵੂਮੈਨ ਟੂ ਐਕਸੈਪਟ ਐਂਡ ਚੇਂਜ, ਵਾਈ ਡੋਂਟ ਵੀ ਆਸਕ ਹਿਮ to change his behavior and take ownership of his action, how it's impacting women and children. ਤੇ ਉਹਦੇ ਲਈ ਆ ਕਿ ਦੇਖਿਆ ਜਾਵੇ ਤੁਹਾਡੇ ਗੁੱਸੇ ਦਾ ਅੱਜ ਇੱਥੇ ਵੀ ਅਸਰ ਆ ਤਾਂ ਬੱਚਿਆਂ ਦਾ ਵੀ ਅਸਰ ਆ। ਵਾਇਲੈਂਸ ਜਿਹੜਾ ਕੋਈ ਵੀ ਕਰਦਾ ਤਾਂ ਉਹ ਕਈ ਵਾਰੀ ਵੀਕਨੈਸ ਦੀ ਨਿਸ਼ਾਨੀ ਹੁੰਦੀ ਆ। ਇੱਦਾਂ ਹੀ ਮੈਨੂੰ ਲੱਗਦਾ ਜਿਵੇਂ ਮੈਂ ਵੀ ਸਕੂਲ ਦੇ ਵਿੱਚ ਥੋੜ੍ਹੀ ਬਹੁਤੀ ਬੁਲਿੰਗ ਐਕਸਪੀਰੀਅੰਸ ਕਰੀ ਆ, ਤਾਂ ਜਿਹੜਾ ਬੁੱਲੀ ਹੁੰਦਾ ਉਹ ਹਮੇਸ਼ਾ ਨਾ ਆਪਦੇ ਤੋਂ ਜਿਹੜਾ ਕਮਜ਼ੋਰ ਹੁੰਦਾ ਉਹਨੂੰ ਹੀ ਬੁੱਲੀ ਕਰਦਾ,
ਸੋ ਇੱਕ ਓਬਵੀਅਸਲੀ ਕਮਜ਼ੋਰ ਦੀ ਨਿਸ਼ਾਨੀ ਹੁੰਦੀ ਹੈ, ਇੱਕ ਕਾਇਰ ਦੀ ਨਿਸ਼ਾਨੀ ਹੁੰਦੀ ਹੈ। ਤਾਂ ਮੈਨੂੰ ਲੱਗਦਾ ਜਿਵੇਂ ਆਪਾਂ ਅਗਰ ਆਪਦੇ 'ਤੇ ਵਰਕ ਕਰਨਾ ਸ਼ੁਰੂ ਕਰੀਏ, ਆਪਦੇ ਆਪ ਨੂੰ ਇੰਪਰੂਵ ਕਰਨਾ ਸ਼ੁਰੂ ਕਰੀਏ, ਤਾਂ ਆਪਣੇ ਆਪ ਹੀ ਇਹ ਚੀਜ਼ ਐਲੀਮੀਨੇਟ ਹੋ ਜਾਂਦੀ ਆ। ਹਾਂਜੀ ਬੰਦੇ ਨੂੰ ਇੱਦਾਂ ਹੁੰਦਾ ਯਾਰ ਨਹੀਂ ਯਾਰ ਮੈਂ ਆਪਦੇ ਤੋਂ ਕਮਜ਼ੋਰ ਤੇ ਇੱਦਾਂ ਹੱਥ ਥੋੜ੍ਹੀ ਚੱਕੂੰਗਾ। ਸੋ ਤੁਸੀਂ ਮਤਲਬ ਸਿੱਖ ਲੈਂਦੇ ਹੋ ਉਹ ਚੀਜ਼, ਅਤੇ ਜਦ ਤੁਹਾਡੇ ਨਾਲ ਹੁੰਦੀ ਹੈ ਫਿਰ ਤੁਹਾਨੂੰ ਜ਼ਿਆਦਾ ਸਮਝ ਲੱਗਦੀ ਹੈ ਉਹ ਚੀਜ਼। ਨਹੀਂ, ਕੰਪਲੀਟਲੀ ਐਗਰੀ। ਐਂਡ ਤੁਸੀਂ ਦੇਖੋ ਹੁਣ ਸਿੰਪਲ ਗੱਲ ਆ ਹੈ ਨਾ, ਕਿ ਜੇ ਆਪਾਂ ਮੈਨ ਵੂਮੈਨ ਰਿਲੇਸ਼ਨਸ਼ਿਪ ਦੀ ਗੱਲ ਕਰਦੇ ਹਾਂ, ਹਾਂਜੀ ਸਾਡੀ ਉੱਚੀ ਆਵਾਜ਼ ਜਾਂ ਥੱਪੜ ਆਪਣੀ ਵਾਈਫ ਤੇ ਕਿਉਂ ਚੱਲਦਾ, ਆਪਣੇ ਬੌਸ ਨੂੰ ਨਹੀਂ ਜਾ ਕੇ ਥੱਪੜ ਮਾਰ ਆਉਂਦੇ ਆਪਾਂ? ਗੁੱਸਾ ਤਾਂ ਸਾਨੂੰ ਉੱਥੇ ਵੀ ਆਉਂਦਾ ਨਾ। ਮਤਲਬ ਜੇ ਅਸੀਂ ਉੱਥੇ ਬਾਹਰ ਆਪਣੇ ਕਹਿ ਲਓ ਕਿ ਕੰਟਰੋਲਡ এনवायरमेंट 'ਚ ਅਸੀਂ ਆਪਣੇ ਆਪ ਨੂੰ ਕੰਟਰੋਲ ਕਰ ਸਕਦੇ ਹਾਂ। ਵਾਈ ਵੀ ਥਿੰਕ ਇਟਸ ਵੈਰੀ ਈਜ਼ੀ, ਬਿਕੋਜ਼ ਤੁਹਾਨੂੰ ਪਤਾ ਉਹਦੇ ਕੌਨਸੀਕੁਐਂਸਿਸ ਨੇ ਹਾਂਜੀ ਬਾਹਰ, ਉਹਦੇ ਕੌਨਸੀਕੁਐਂਸਿਸ ਹਨ, ਤੁਹਾਨੂੰ ਪਤਾ ਕਿ ਸ਼ੀ ਵਿਲ ਪੁੱਟ ਅਪ ਵਿਦ ਦਿਸ ਬਿਕੋਜ਼ ਸ਼ੀ ਇਜ਼ ਇਨ ਇਮੋਸ਼ਨਲੀ ਅਟੈਚ ਟੂ ਯੂ ਐਂਡ ਸਮਥਿੰਗ। ਪਰ ਉਹ ਕਿੰਨੀ ਦੇਰ, ਮਤਲਬ ਬੰਦੇ ਨੂੰ ਆਹ ਸੋਚਣਾ ਚਾਹੀਦਾ ਕਿ ਵਨ ਡੇ ਔਰ ਅਨਦਰ ਸ਼ੀ ਵਿਲ ਐਕਿਊਮੂਲੇਟ ਦੈਟ ਕਰੇਜ, he or she, and she will leave because it's not worth living in that kind of a relationship. ਹਾਂਜੀ। ਬਾਕੀ ਮੈਨੂੰ ਲੱਗਦਾ ਇੱਕ ਬਹੁਤ ਕਾਫੀ ਵੱਡਾ ਮੈਨੂੰ ਇਸ਼ੂ ਇਹ ਲੱਗਦਾ ਕਿ ਵਿਕਟਮ ਮੈਂਟੈਲਿਟੀ ਬਹੁਤ ਆ। ਅਤੇ ਮਤਲਬ ਉਹ ਕੋਈ, ਮੈਂ ਨਾਲੇ ਇਹ ਗੱਲ ਹੈਗੀ ਜ਼ਰੂਰੀ ਆ ਕਲੀਅਰ ਕਰਨਾ ਕਿ ਕੋਈ ਵੀ ਇਨਸਾਨ ਚੰਗਾ ਜਾਂ ਬੁਰਾ ਨਹੀਂ ਹੁੰਦਾ, ਸਿਰਫ ਉਹਦੀਆਂ ਆਦਤਾਂ ਬੁਰੀਆਂ ਹੋ ਸਕਦੀਆਂ ਨੇ, ਠੀਕ ਆ। ਅਤੇ ਸਾਰਿਆਂ ਨੂੰ, ਆਪਾਂ ਨੂੰ ਓਬਵੀਅਸਲੀ ਕੋਈ ਵੀ ਪਰਫੈਕਟ ਨਹੀਂ ਹੈਗਾ, ਸਾਰਿਆਂ ਨੂੰ ਸਿੱਖਣ ਦੀ ਲੋੜ ਆ। ਪਰ ਇੱਕ ਕਈਆਂ ਦੀ ਵਿਕਟਮ ਮੈਂਟੈਲਿਟੀ ਜ਼ਰੂਰ ਹੈਗੀ ਆ ਕਿ ਉਹ ਮਤਲਬ ਕਦੇ ਵੀ ਰਿਸਪੋਂਸੀਬਿਲਿਟੀ ਨਹੀਂ ਲੈਂਦੇ ਆਪਦੇ ਐਕਸ਼ਨਸ ਦੀ। ਉਹਨਾਂ ਨੂੰ ਆਲਵੇਜ਼ ਇਹ ਹੁੰਦਾ ਵੀ ਯਾਰ ਨਹੀਂ ਤੇਰੀ ਗਲਤੀ ਆ, ਉਹਦੀ ਗਲਤੀ ਆ, ਮੇਰੇ ਕਰਕੇ ਤਾਂ ਇਹ ਹੋਇਆ ਹੀ ਨਹੀਂ। ਸੋ ਉੱਥੇ ਹਮੇਸ਼ਾ ਤੁਹਾਨੂੰ ਕੋਈ ਵੀ ਤਰ੍ਹਾਂ ਦੀ ਰਿਲੇਸ਼ਨਸ਼ਿਪ ਆ, ਤੁਹਾਨੂੰ ਪ੍ਰੋਬਲਮ ਹੀ ਦਿਸੂਗੀ ਹਮੇਸ਼ਾ। ਐਂਡ ਦੈਟ ਇਜ਼ ਅ ਬਿਗ ਰੈਡ ਫਲੈਗ। ਤੂੰ ਆ ਨਾ ਕਰਦੀ ਤਾਂ ਮੈਂ ਬੋਲਦਾ ਨਾ, ਤੂੰ ਇੱਦਾਂ ਨਾ ਕਰਦੀ ਮੈਂ ਥੱਪੜ ਨਾ ਮਾਰਦਾ, ਤੂੰ ਜੇ ਮੇਰੇ ਆਉਂਦਿਆਂ ਤਾਂ ਘਰ ਸਾਫ਼ ਕੀਤਾ ਹੁੰਦਾ ਤਾਂ ਮੈਂ ਥੱਪੜ ਨਹੀਂ ਮਾਰਨਾ ਸੀ ਆ ਕੇ, ਮੈਂ ਜਾਂ ਵਿੰਡੋ ਨਹੀਂ ਸਮੈਸ਼ ਕਰਨੀ ਸੀ ਆ ਕੇ, ਜੇ ਮੇਰੇ ਆਉਂਦਿਆਂ ਨੂੰ ਸਭ ਕੁਛ ਉਹ ਕੀਤਾ ਹੁੰਦਾ ਜੋ ਮੈਂ ਕਿਹਾ। ਹੂ ਆਰ ਯੂ ਟੂ ਕੰਟਰੋਲ ਅਦਰ ਪਰਸਨਸ ਲਾਈਫ, ਲਾਈਕ ਆਪਣੇ ਆਪ ਨੂੰ ਕੁਐਸਚਨ ਪੁੱਛੋ ਕਿ ਹੂ ਆਰ ਯੂ ਟੂ ਕੰਟਰੋਲ। ਸੋ ਆਹ ਵਿਕਟਮ ਮੈਂਟੈਲਿਟੀ ਹੁੰਦੀ। ਇੱਕ ਹੁੰਦਾ ਰਿਮੋਰਸ ਕਿ ਨਹੀਂ ਯਾਰ, ਜਦੋਂ ਆਪਾਂ ਇੱਕ ਕਹਿ ਲਓ ਕਿ ਆਪਾਂ ਰਿਸਪੋਂਸੀਬਿਲਿਟੀ ਲੈਂਦੇ ਹਾਂ ਕਿ ਆਈ ਮੈਸਡ ਅਪ ਦਿਸ ਥਿੰਗ, ਓਕੇ, ਸੋ ਆਈ ਟੇਕ ਰਿਸਪੋਂਸੀਬਿਲਿਟੀ, I'm happy to work on this thing. Please, I'll go and, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ 2 cases 'ਚ I came across 2 Punjabi men full of ego, full of everything, and they were like, no, this is not good. We don't want this life. They take ownership of their action. And ਉਹ help ਲਿੱਤੀ ਉਹਨਾਂ ਨੇ, and they make a change. It takes time, ਕੋਈ ਵੀ ਹੈਬਿਟ ਨੂੰ ਅਪਣਾਉਣ ਲਈ 21 days ਲੱਗਦੇ ਜੇ ਆਪਾਂ ਸੋਚੀਏ, ਕਰੀਏ, ਕੌਨਸ਼ੀਅਸ ਐਫਰਟ ਕਰੀਏ ਕਿ ਕਿੱਦਾਂ। ਜੇ ਆਪਾਂ ਸਿਰਫ ਇੰਨਾ ਹੀ ਸੋਚ ਲਈਏ, 2 ਮਿੰਟ ਦਾ ਪੌਜ਼ ਲੈ ਲਈਏ ਕਿ ਜਿਹੜੇ ਮੂੰਹ 'ਚੋਂ ਮੇਰੇ ਗੱਲ ਨਿਕਲਣ ਲੱਗੀ ਆ, ਇਜ਼ ਇਟ ਵਰਥ, ਇਜ਼ ਇਟ ਗੋਣਾ ਹਰਟ ਸਮਵਨ ਔਰ ਇਟ ਇਜ਼ ਗੋਣਾ ਡੂ ਡੈਮੇਜ ਟੂ ਐਨੀਵਨ। ਜੇ ਆਪਾਂ ਇੰਨਾ ਕੁ ਪੌਜ਼ ਲੈ ਕੇ ਹੀ ਅੱਗੇੋਂ ਕੁਛ ਕਰੀਏ ਨਾ, ਮੈਨੂੰ ਲੱਗਦਾ ਲਾਈਫ ਵੁੱਡ ਬੀ ਅ ਹੈਵਨ ਔਨ ਅਰਥ ਓਨਲੀ। ਜੇ ਆਪਾਂ ਇੰਨਾ ਕੁ ਹੀ ਸੋਚ ਲਈਏ ਇੱਕ ਨੋਰਮਲ ਹਿਊਮਨ ਬੀਇੰਗ। ਬਾਕੀ ਗੁੱਸਾ ਆਉਣ ਤੋਂ ਪਹਿਲਾਂ ਮੈਨੂੰ ਤੁਸੀਂ ਇੱਕ ਡੀਪ ਬ੍ਰੈਥ ਹੀ ਲੈ ਲਓ, ਇੰਨਾ ਹੀ। ਹਾਂਜੀ, ਬਰੀਦਿੰਗ ਹੈ ਨਾ, ਕਿ ਡੀਪ ਬ੍ਰੈਥ ਲੈ ਲਓ, ਰਿਮੂਵ ਯੂਰ ਸੈਲਫ ਫਰਮ ਸਿਚੁਏਸ਼ਨ। ਹੁਣ ਜਦੋਂ ਸਾਡੇ ਕੋਲ ਕੇਸਿਸ ਆਉਂਦੇ, ਵੀ ਡੂ ਅ safety planning, which we call, है ना, जे ता मैं, if I got an opportunity to work with both men and women, I do safety plan with both men and women. नहीं तो women कलियां ਜਿਹੜੀਆਂ ਰਿਲੇਸ਼ਨਸ਼ਿਪ ਛੱਡਣਾ ਨਹੀਂ ਚਾਹੁੰਦੀਆਂ ਨਾ, ਰਿਸਪੈਕਟ ਇਟ, ਕਿ ਨਹੀਂ ਛੱਡਣਾ ਚਾਹੁੰਦੇ, ਫਿਰ ਆਪਾਂ ਉਹਨਾਂ ਦੇ ਅਕੋਰਡਿੰਗ ਸੇਫਟੀ ਪਲਾਨ ਕਰਦੇ ਹਾਂ। ਜੇ ਉਹਨੂੰ ਗੁੱਸਾ ਆਇਆ, ਉਹਨੂੰ ਨਹੀਂ ਬਿਲਕੁਲ ਵੀ ਹੈਗਾ ਇਨਸਾਈਟ, ਯੂ ਰਿਮੂਵ ਯੂਰ ਸੈਲਫ ਫਰਮ ਸਿਚੁਏਸ਼ਨ, ਹੈ ਨਾ। ਤੇ ਆਈ ਵੋਂਟ ਡਿਸਕਸ ਇਨ ਡਿਟੇਲ ਕਿਉਂਕਿ ਸੇਫਟੀ ਪਲਾਨ ਹਰ ਬੰਦੇ ਦਾ ਡਿਫਰੈਂਟ ਹੁੰਦਾ, ਐਂਡ ਆਈ ਡੋਂਟ ਵਾਂਟ ਟੂ ਥਰੋ ਆਊਟ everything out there, है ना, ਜਿਹੜੀਆਂ ਉਹ victim survivors ਹੈ, and I want to pay my respect to them, even past, present, ਜਿਹੜੀਆਂ ਵੀ ਹੈਗੀਆਂ, ਹੈ ਨਾ, ਕਿ it's courage। ਰਿਲੇਸ਼ਨਸ਼ਿਪ ਛੱਡਣ ਲਈ ਨਹੀਂ ਹਿੰਮਤ ਚਾਹੀਦੀ ਹੁੰਦੀ, ਰਿਲੇਸ਼ਨਸ਼ਿਪ 'ਚ ਰਹਿਣ ਤਾਂ ਬਰਦਾਸ਼ਤ ਕਰਨ ਲਈ ਹਿੰਮਤ ਚਾਹੀਦੀ ਹੁੰਦੀ। ਬਹੁਤ ਜ਼ਿਆਦਾ ਸਹੀ ਗੱਲ। Every day it's a war between yourself and outside as well. ਤੁਸੀਂ ਇਹਦੇ 'ਚ ਜਦੋਂ ਫੀਲਡ 'ਚ ਆਏ, ਤੁਹਾਨੂੰ ਤੁਸੀਂ ਚਲੋ 12 ਸਾਲ ਤੋਂ, ਪਰ ਜਦੋਂ ਤੁਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਹੋ ਜਿਹੜੇ ਬਾਹਰ ਹੈ, ਕਿ ਫੈਮਿਲੀ ਵਾਲੇ ਇੱਥੇ ਵੈਸਟਰਨ ਆਸਟ੍ਰੇਲੀਆ ਜਾਂ ਆਸਟ੍ਰੇਲੀਆ ਦੇ ਵਿੱਚ, ਜਾਂ ਕਿਹੜੀਆਂ ਕਾਮਨ ਮਿਸਕਨਸੈਪਸ਼ਨ ਜਿਹੜੀਆਂ ਲੋਕਾਂ ਨੂੰ ਨਹੀਂ ਪਤਾ ਪਰ ਉਹਦੇ ਕਰਕੇ ਗਲਤੀਆਂ ਕਰਦੇ ਨੇ, ਅਤੇ ਫਿਰ ਉਹ ਉਸ ਚੀਜ਼ ਨੂੰ ਫਸ ਜਾਂਦੇ ਨੇ। ਲਾਈਕ ਜੇ ਤੁਸੀਂ ਆਪਣੇ 3-4 ਮਿੰਟ 'ਚ ਅਵੇਅਰਨੈਸ ਦੇਣੀ ਹੋਵੇ ਕਿ ਯਾਰ ਡੋਂਟ ਡੂ ਦਿਸ, ਹੈ ਨਾ, ਕਿਉਂਕਿ ਇਹਦੇ ਤੋਂ ਲੋਕ ਪਹਿਲਾਂ ਬਹੁਤ ਪ੍ਰੋਬਲਮ 'ਚ ਆਏ, ਤਾਂ ਕਿਹੜੀਆਂ ਤੁਹਾਨੂੰ ਲੱਗਦਾ ਕਿ ਇੱਦਾਂ ਦੀਆਂ ਚੀਜ਼ਾਂ ਹੈਗੀਆਂ? ਸਭ ਤੋਂ ਵੱਡੀ ਮਿਸਕਨਸੈਪਸ਼ਨ ਆ ਕਿ ਕਿਸੇ ਨੂੰ ਮੈਂ ਹੱਥ ਤਾਂ ਨਹੀਂ ਚੱਕਦਾ, ਕਿ ਮੈਂ ਫਿਜ਼ੀਕਲੀ ਨਹੀਂ ਮਾਰਦਾ, ਪਰ ਦੇਖੋ ਤੁਸੀਂ ਬਾਕੀ ਚੀਜ਼ਾਂ ਕਿੰਨੀਆਂ ਕਰ ਰਹੇ ਹੋ ਜਿੰਨਾ ਤੁਹਾਡੇ ਬੱਚੇ, ਤੁਹਾਡੀ ਵਾਈਫ ਇੰਪੈਕਟ ਹੋ ਰਹੀ ਆ। ਤੁਹਾਡਾ ਉੱਚੀ ਬੋਲਣਾ, ਠੀਕ ਹੈ, ਤੁਹਾਡਾ ਫਾਈਨੈਂਸਿਸ ਕੰਟਰੋਲ ਕਰਨਾ, ਤੁਹਾਡਾ ਡਿਸਾਈਡ ਕਰਨਾ ਉਹ ਕਿੱਥੇ ਜਾਊਗੀ, ਕਿਹਨੂੰ ਮਿਲੂਗੀ। ਤੁਸੀਂ ਆਪਣੇ ਫਰੈਂਡਸ ਨਾਲ ਜਾ ਸਕਦੇ, ਘੁੰਮ ਫਿਰ ਸਕਦੇ, ਸ਼ੀ ਇਜ਼ ਨਾਟ ਅਲਾਊਡ, ਸ਼ੀ ਹੈਜ਼ ਟੂ ਬੀ ਡਿਪੈਂਡੈਂਟ ਔਨ ਯੂ ਫॉर everything, whatever, you will decide who will be her friend,
You know, you will decide which work she will do. You will decide which bank account she should have. You will decide which are his days rosters, which is her night roster, whatever. Means ਤੁਹਾਡੇ ਕੋਲ remote control ਆ ਅਗਲੇ ਬੰਦੇ ਦਾ I think which is worse than physical abuse. ਫਿਜ਼ੀਕਲ, ਕਿਉਂਕਿ ਤੁਹਾਨੂੰ ਫਿਜ਼ੀਕਲ ਅਬਿਊਜ਼ ਦੇ ਸਕਾਰਸ ਤਾਂ ਦਿਖਦੇ ਆ ਨਾ, ਤੇ ਤੁਸੀਂ ਕਿਸੇ ਨੂੰ ਮੈਂਟਲੀ ਇੰਨਾ ਟੌਰਚਰ ਕਰਦੇ, ਯੂ ਡੋਂਟ ਸੀ ਸਕਾਰਸ, ਯੂ ਜਸਟ ਡਿਮਿਨਿਸ਼ ਦ ਸਪਾਰਕ ਇਨ ਦੈਟ ਪਰਸਨਸ ਪਰਸਨੈਲਿਟੀ, ਦੈਟ ਸਪਾਰਕ ਇਨ ਦੈਟ ਪਰਸਨਸ ਲਾਈਫ। ਮੈਨੂੰ ਲੱਗਦਾ ਹੁੰਦਾ ਉਹਦੇ ਲਈ ਕੋਈ ਐਂਡ ਯੂ ਨੋ ਵਾਟ ਯੂ ਆਰ ਡੂਇੰਗ, ਇਟਸ ਨਾਟ ਲਾਈਕ ਬਿਕੋਜ਼ ਯੂ get that, you know, sense of entitlement or sense of satisfaction from that कि wow मैं तो इन्हें मेरे according मैं ही करना है ना कि you know there was a case like if you will do this I won't pay for children's daycare, if you will do this I won't buy groceries for the children। ਫਿਰ ਆਪਾਂ ਕਰਦੇ ਵਿਕਟਮ, ਮਤਲਬ ਯੂ ਉਹੀ ਤੁਹਾਨੂੰ ਆਪਾਂ ਕਹਿੰਦੇ ਨਾ, ਆਪਾਂ ਨੂੰ ਮੈਨੂੰ ਹੁੰਦਾ ਕਿ just be kind, you don't know ਉਸ ਬੰਦੇ ਦੀ ਜ਼ਿੰਦਗੀ 'ਚ ਕੀ ਹੋ ਰਿਹਾ, ਕਿਉਂਕਿ ਮੈਨੂੰ ਦੱਸੋ ਕਿੰਨੀ ਡੋਮੈਸਟਿਕ ਵਾਇਲੈਂਸ ਹੁੰਦੀ 4 ਦੀਵਾਰੀ 'ਚ, ਪਰ ਦੈਟ ਪਰਸਨ ਵਿਲ ਬੀ ਅ ਚਾਰਮਰ। ਲੋਕੀ ਸਮਝਦੇ ਆ ਕਿ ਮੈਂ ਮਤਲਬ ਫੈਮਿਲੀ ਵਾਇਲੈਂਸ ਉਹੀ ਹੈ ਜੇ ਮੈਂ ਕਿਸੇ ਦੇ ਹੱਥ ਚੁੱਕਦਾ ਹਨ। ਇਮੋਸ਼ਨਲ ਅਬਿਊਜ਼ ਕਿੰਨੀ ਤਰ੍ਹਾਂ ਦੇ ਹੁੰਦੇ, ਚਲੋ ਫਾਈਨੈਂਸ਼ੀਅਲ ਤੁਸੀਂ ਦੱਸਿਆ, ਹਾਂਜੀ ਤੁਸੀਂ ਦੱਸਿਆ ਕਿ ਕੰਟਰੋਲ ਕਰ ਸਕਦੇ ਹੋ ਤੁਸੀਂ ਉਹਦਾ, ਬਿਲਕੁਲ ਆਉਣਾ ਜਾਣਾ ਕੰਟਰੋਲ ਕਰ ਸਕਦੇ ਹੋ ਤੁਸੀਂ, ਉਹਨੂੰ ਫਰੈਂਡਸ ਨਾਲ ਕੱਟ ਆਫ ਕਰ ਸਕਦੇ ਹੋ। ਇੱਦਾਂ ਦੇ ਜਿਹੜੇ ਕੇਸਿਸ ਆ ਉਹ ਉਹਨਾਂ ਦਾ ਇੰਪੈਕਟ ਕੀ ਹੁੰਦਾ ਐਜ਼ ਕੰਪੇਅਰ ਟੂ ਫਿਜ਼ੀਕਲ ਅਬਿਊਜ਼ ਜਦੋਂ ਹੁੰਦਾ, ਉਹਦਾ ਇੰਪੈਕਟ ਕੀ ਹੁੰਦਾ? ਦੇਖੋ ਤੁਹਾਡੀ ਮੈਂਟਲ ਹੈਲਥ 'ਤੇ ਬਹੁਤ ਵੱਡਾ ਇੰਪੈਕਟ ਹੁੰਦਾ ਉਹਦਾ, ਹੈ ਨਾ, ਕਿ ਇੰਨਾ ਕੁ ਤੁਸੀਂ ਦੇਖੋ ਗਵਰਨਮੈਂਟ ਨੇ ਹੁਣ ਅਗੇਨ ਕੋਰਸਿਵ ਕੰਟਰੋਲ ਕਹਿੰਦੇ ਆਪਾਂ ਇਹਨੂੰ, ਉੱਤੇ ਲਾਅ ਪਾਸ ਕੀਤਾ ਕਿ ਜ਼ਰੂਰੀ ਨਹੀਂ ਕਿ ਤੁਸੀਂ ਕਿਸੇ ਨੂੰ ਫਿਜ਼ੀਕਲੀ ਹੀ ਅਬਿਊਜ਼ ਕਰਨਾ, ਜੇ ਤੁਸੀਂ ਇਮੋਸ਼ਨਲੀ, ਕਿਉਂਕਿ ਤੁਸੀਂ ਉਹਦੀ ਬੰਦੇ ਦੀ ਸੈਲਫ ਵਰਥ ਸਲੋਲੀ ਉਹਨੂੰ ਸੋਸ਼ਲੀ ਆਈਸੋਲੇਟ ਕਰਕੇ ਕਿ ਆ ਵੀ ਨਹੀਂ ਫਰੈਂਡ ਤੇਰੇ ਲਈ ਵਧੀਆ, ਆ ਵੀ ਫਰੈਂਡ ਨਹੀਂ ਵਧੀਆ, you are watching over her where she's going, where you know when she's coming back, ਕਿਹਨੂੰ ਮਿਲ ਰਹੀ ਆ, ਕਿਤੋਂ ਬਾਹਰ ਸਪੋਰਟ ਨਾ ਲੈ ਲਏ, ਕਿਸੇ ਨਾਲ ਗੱਲ ਨਾ ਕਰੇ, ਕਿਉਂਕਿ ਤੁਹਾਨੂੰ ਅੰਦਰੋਂ ਪਤਾ ਕਿ ਤੁਸੀਂ ਬੰਦੇ ਨਾਲ ਗਲਤ ਕਰ ਰਹੇ ਹੋ, ਦੈਟਸ ਵਾਈ ਯੂ ਆਰ ਯੂ ਨੋ, ਜਿਹੜਾ ਬੰਦਾ ਅੰਦਰੋਂ ਇਨਸਿਕਿਉਰ ਹੁੰਦਾ ਉਹੀ ਕਿਸੇ ਨੂੰ ਕੰਟਰੋਲ ਕਰਦਾ। ਆਈ ਥਿੰਕ ਗੱਲ ਇਹੀ ਆ ਵੀ ਜਿਵੇਂ ਜੇ ਪਿਆਰ ਹੁੰਦਾ ਨਾ ਫਿਰ ਉੱਥੇ ਟਰਸਟ ਹੁੰਦਾ। ਹਾਂਜੀ ਸੋ ਜਿਵੇਂ ਅਸੀਂ ਵੀ ਪਰਸਨਲੀ ਜਿਵੇਂ ਬਿਜ਼ਨਸ ਦੇ ਵਿੱਚ ਹਾਂਜੀ ਜੇ ਅਸੀਂ ਕਿਸੇ ਨੂੰ ਹਾਇਰ ਕਰਿਆ ਤਾਂ ਉਹਨੂੰ ਅਸੀਂ ਟਰਸਟ ਕਰਦੇ ਹਾਂ। ਆਫ ਕੋਰਸ ਸੋ ਉੱਥੇ ਇੱਦਾਂ ਨਹੀਂ ਹੁੰਦਾ ਕਿ ਮੈਂ ਉਹਨੂੰ ਵਾਰੀ ਜਾ ਕੇ ਮੈਂ ਉਹਦੇ ਸਿਰ ਤੇ ਖੜਾ ਹੋ ਰਿਹਾ ਦੇਖ ਰਿਹਾ ਵੀ ਸਹੀ ਕਰ ਰਿਹਾ ਜਾਂ ਨਹੀਂ। ਮਾਈਕਰੋ ਮੈਨੇਜ, ਹਾਂਜੀ ਪਹਿਲਾਂ ਚਲੋ ਸ਼ੁਰੂ 'ਚ ਮਾਈਕਰੋ ਮੈਨੇਜ ਕਰਨਾ ਪੈਂਦਾ ਟੀਮ ਮੈਂਬਰ ਨੂੰ, ਬਟ ਜੇ ਮੈਂ ਹਮੇਸ਼ਾ ਹੀ ਉਹਨੂੰ ਮਾਈਕਰੋ ਮੈਨੇਜ ਕਰਾਂ ਦੈਟ ਮੀਨਸ ਮੈਂ ਉਹਨੂੰ ਟਰਸਟ ਨਹੀਂ ਕਰਦਾ, ਆਪਣੀ ਟ੍ਰੇਨਿੰਗ ਤੇ ਨਹੀਂ ਮੈਂ ਟਰਸਟ ਕਰਦਾ। ਤੁਸੀਂ ਗਰੋ ਵੀ ਨਹੀਂ ਕਰ ਸਕਦੇ, ਤੁਸੀਂ ਗਰੋ ਹੀ ਨਹੀਂ ਕਰ ਸਕਦੇ ਐਂਡ ਤੁਸੀਂ ਉਸ ਬੰਦੇ ਨੂੰ ਪਲੇਟਫਾਰਮ ਹੀ ਨਹੀਂ ਦੇ ਰਹੇ ਟੂ ਫਲਰਿਸ਼, ਯੂ ਆਰ ਟੇਕਿੰਗ ਦੈਟ ਸਪੋਰਟ ਸਿਸਟਮ ਅਵੇ ਫਰੋਮ ਦੈਟ ਪਰਸਨ, ਹੈ ਨਾ। ਐਂਡ ਆਪਾਂ ਨੂੰ ਲੱਗਦਾ ਹੁਣ ਸੇਮ ਇੱਦਾਂ ਹੀ ਜਦੋਂ ਆਪਾਂ ਬੱਚਿਆਂ ਦੀ ਗੱਲ ਕਰੀਏ, ਹੈ ਨਾ, ਆਪਾਂ ਨੂੰ ਲੱਗਦਾ ਆਪਾਂ ਹੁਣ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹਾਂ ਕਿ ਮੈਂ ਤੇਰੇ ਇੱਦਾਂ ਕਰ ਦੂੰ, ਮੈਂ ਤੇਰੇ 2 ਲਾ ਦੇਣੀ ਆ ਜੇ ਤੂੰ ਇੱਦਾਂ ਨਹੀਂ ਕੀਤਾ। ਟਿਲ ਹਾਊ ਲੌਂਗ ਯੂ ਵਿਲ ਏਬਲ ਟੂ ਕੰਟਰੋਲ ਵੈਨ ਦੇ ਆਰ। ਹੁਣ ਮੈਨੂੰ ਜਿੱਦਾਂ ਇੰਨੇ ਕੇਸਿਸ ਆਉਂਦੇ ਐਸ ਆਪਣੀ ਕਮਿਊਨਿਟੀ ਦੇ, ਜਦੋਂ ਹੀ ਬੱਚੇ 13-14 ਸਾਲਾਂ ਦੇ ਹੁੰਦੇ ਨਾ, ਦੇ ਕਮ ਅਪ ਵਿਦ ਦਿਸ ਬਿਗ ਸਟੋਰੀ ਲਾਈਕ ਵੀ ਆਰ ਯੂ ਨੋ, ਸਮਟਾਈਮ ਇਟਸ ਟਰੂ ਐਜ਼ ਵੈਲ, ਸਮਟਾਈਮ ਇਟਸ ਅ ਪੀਰ ਪ੍ਰੈਸ਼ਰ ਐਜ਼ ਵੈਲ, ਯੂ ਨੋ, ਕਿ ਇੰਡੀਅਨ ਪੇਰੈਂਟਸ ਜਾਂ ਪੰਜਾਬੀ ਪੇਰੈਂਟਸ ਇੱਦਾਂ ਕਰਦੇ ਆ। ਤੇ I was like taken aback ਕਿ ਆਪਣੀ ਸੋਸਾਇਟੀ ਇੱਧਰਲੇ ਪਾਸੇ ਵੀ ਕਿੱਦਾਂ ਜਾ ਰਹੀ ਹੈ। ਦੈਨ ਯੂ ਨੋ ਵੀ ਆਰ caught up in that cycle। ਪਹਿਲਾਂ ਆਪਾਂ ਫੈਮਿਲੀ ਵਾਇਲੈਂਸ, ਫਿਰ ਸਾਡੇ ਬੱਚੇ getting, because with kids as well it's monkey see monkey do, ਹੈ ਨਾ। ਜਿਹੜੇ ਸਾਡੀਆਂ ਕੁੜੀਆਂ ਨੂੰ ਆਪਾਂ ਆਸ ਖਾ ਰਹੇ ਹਾਂ ਕਿ what to expect from a man, and men ਨੂੰ ਆਪਣੇ ਬੱਚੇ ਮੁੰਡਿਆਂ ਨੂੰ ਆਸ ਖਾ ਰਹੇ ਹਾਂ ਕਿ how to treat a woman। ਅੱਛਾ ਤੁਸੀਂ ਫੈਮਿਲੀ ਵਾਇਲੈਂਸ ਦਾ ਬਹੁਤ ਐਕਸਪੀਰੀਅੰਸ ਹੈ, ਤੁਸੀਂ ਉਸ ਡਿਪਾਰਟਮੈਂਟ ਤੋਂ ਆਉਂਦੇ ਹੋ, ਹੈ ਨਾ, ਤੁਸੀਂ ਉਹ ਕੰਮ ਕਰਦੇ ਰਹੇ ਹੋ। ਮੈਨੂੰ ਲੱਗਦਾ ਇਹ ਕੁਐਸਚਨ ਤੁਹਾਡੇ ਲਈ ਬੈਸਟ ਹੋਊਗਾ ਪੁੱਛਣਾ ਮੇਰੇ ਲਈ ਕਿ ਜਿਹੜਾ ਪ੍ਰੀਨਪ ਅੱਜ ਕੱਲ੍ਹ ਇੱਕ ਟਰੈਂਡ ਚੱਲਿਆ ਹੋਇਆ ਕਿ ਫੀਮੇਲ ਤੋਂ ਪਹਿਲਾਂ ਸਾਈਨ ਕਰਾ ਲਓ ਕਿ ਤੁਸੀਂ ਪ੍ਰੋਪਰਟੀ ਜਿਹੜੀ ਮੇਰੀ ਆ ਉਹ ਮੇਰੇ ਕੋਲ ਹੋਊਗੀ ਇਨ ਕੇਸ ਵੀ ਡਿਵੋਰਸ, ਔਰ ਕੁਛ ਵੀ ਮੈਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ ਨਹੀਂ, ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਮੈਨੂੰ ਲੱਗ ਰਿਹਾ ਕਿ ਹੁਣ ਨਾ ਆਪਾਂ ਜਿੱਦਾਂ ਜਿਹੜੀ ਸੋਸਾਇਟੀ ਆ, ਹੈ ਨਾ, ਆਪਾਂ ਇਮੋਸ਼ਨਸ ਨੂੰ ਮੈਥਮੈਟੀਕਲ ਬਣਾ ਦਿੱਤਾ ਗਿਆ ਰਾਦਰ ਦੈਨ ਟੂ ਬੀ ਆਰਗੈਨਿਕ, ਹੈ ਨਾ, ਬੀਇੰਗ ਦੇਅਰ ਫॉर ਈਚ ਅਦਰ। ਹੁਣ ਇੱਕ ਮੋਰ ਮੈਥਸ ਆ, ਓਕੇ 1 and 1 + 2, ਕਿ ਹੁਣ ਆਪਾਂ ਇਕੱਠੇ ਕਿੰਨਾ ਕਮਾਣਾ, ਕਿੱਦਾਂ ਕਰਨਾ। ਆਈ ਰਿਮੈਂਬਰ ਵਨ ਗਾਏ ਹੂ ਟੋਲਡ ਮੀ ਆਈ ਐਮ ਨਾਟ ਗੋਣਾ ਬਾਏ ਅ ਹਾਊਸ, ਨਹੀਂ ਤਾਂ ਉਹਨੂੰ ਕਿੱਦਾਂ ਪਤਾ ਲੱਗੂਗਾ ਮੈਂ ਕਿੰਨੀ ਮਿਹਨਤ ਕੀਤੀ ਆ। ਆਈ ਵਾਂਟ ਹਰ ਟੂ ਕਮ ਐਂਡ ਟੂ ਵਰਕ ਐਂਡ ਮੇਕਿੰਗ ਯੂ ਨੋ ਥਿੰਗਸ ਲਾਈਕ ਯੂ ਨੋ, ਐਂਡ ਹੀ ਵਾਜ਼ ਲਾਈਕ, ਐਂਡ ਉਸ ਤੋਂ ਬਾਅਦ he removed her from the property ਕਹਿ ਕੇ ਕਿ this is my house, you know। so prenup ਦੇ concepts like it's again ਆਪਾਂ ਮੈਥੋਡੋਲੋਜੀ ਵੱਲ ਜਾ ਰਹੇ ਹਾਂ ਨਾ ਕਿ ਹਾਂ ਬਿਜ਼ਨਸ ਕਰ ਰਹੇ ਹਾਂ, not relationship। ਇਹ ਬਿਜ਼ਨਸ ਆ ਕਿ ਇਹ 'ਚ ਆ ਮੇਰੇ ਸੇਵਿੰਗ ਪਈ ਆ, ਇਹ ਨਹੀਂ ਖਰਚਾ ਹੋਣਾ ਚਾਹੀਦਾ ਕਿ ਹੁਣ ਲੈਟਸ ਅਰਨ ਟੂਗੈਦਰ ਸਪੈਂਡ ਟੂਗੈਦਰ। ਜੋ ਤੂੰ ਆਈ ਆ ਤੂੰ ਅਰਨ ਕਰ ਤੇ ਸਪੈਂਡ ਕਰ, ਹੈ ਨਾ। ਵਾਟ ਅਬਾਊਟ ਦੈਟ
unconditional reward which we used to have in a Mhm. relationship. ਬਟ ਜੇ ਮਤਲਬ ਲੋਕ ਜਿਹੜੇ ਆਪੋਜ਼ਿਟ ਸੋਚਦੇ ਨੇ, ਮੈਂ ਵੈਸੇ ਹੀ ਆਪੋਜ਼ਿਟ ਹਾਂਜੀ। ਓਪੀਨੀਅਨ ਰੱਖ ਕੇ ਦੇਖਦਾ, ਉਹ ਕਹਿੰਦੇ ਨੇ ਵੀ ਸਾਨੂੰ ਫਾਲਤੂ ਦੀ ਅਸੀਂ ਹੈਡੇਕ ਨਹੀਂ ਚਾਹੁੰਦੇ ਜੋ ਫਿਊਚਰ 'ਚ ਮਤਲਬ ਕਿਤੇ ਮਤਲਬ ਮੇਰੀ ਜਿਹੜੀ ਸਾਰੀ ਮਿਹਨਤ ਕਰੀ ਆ ਮਿੱਟੀ 'ਚ ਰੁੜ ਜਾਵੇ, ਹੈ ਨਾ, ਕਿਤੇ ਬਾਅਦ 'ਚੋਂ 50-50 ਕਰਨੀ ਪੈ ਜੇ। ਉਹ ਇੱਦਾਂ ਸੋਚਦੇ ਨੇ, ਫਿਰ ਉਹ ਤਾਂ ਕਰਕੇ ਕਹਿੰਦੇ ਨੇ ਵੀ ਯਾਰ ਪ੍ਰੀਨਅਪ ਕਰਕੇ ਥੋੜਾ ਰਿਸਕ ਤਾਂ ਘੱਟ ਹੈਗਾ। ਪਰ ਅਗੇਨ ਫਿਰ ਟਰਸਟ, ਵੈਨ ਯੂ ਆਰ ਕਮਿੰਗ ਇਨ ਅ ਰਿਲੇਸ਼ਨਸ਼ਿਪ ਨਾ, ਫਿਰ ਤੁਹਾਨੂੰ ਆਪਣੇ ਸਾਰੇ ਟੂਲਸ ਸਾਈਡ ਤੇ ਕਰਨੇ ਪੈਂਦੇ, ਫਿਰ ਤੁਹਾਨੂੰ ਅਸੈਪਟੈਂਸ ਲੈ ਕੇ ਆਣੀ ਪੈਂਦੀ ਹੈ। ਐਂਡ ਮੈਨੂੰ ਲੱਗਦਾ ਹੁੰਦਾ ਮਟੀਰੀਅਲਿਸਟਿਕ ਚੀਜ਼ਾਂ ਤੋਂ ਪਹਿਲਾਂ, ਬਟ ਅਗੇਨ ਦੈਟ ਇਜ਼ opinion differentiate to person and person, ਹੈ ਨਾ। ਹਾਂਜੀ ਮੈਨੂੰ ਲੱਗਦਾ ਤੁਹਾਡਾ ਪੀਸ ਆਫ ਮਾਈਂਡ ਇਜ਼ ਦ ਮੋਸਟ ਪ੍ਰੈਸ਼ੀਅਸ ornament you wear every day, ਹਾਂਜੀ ਹੈ ਨਾ। ਪੀਸ ਆਫ ਮਾਈਂਡ, ਲਿਵਿੰਗ ਇਨ ਅ warmth, loving condition and everything, ਹੈ ਨਾ। ਹਾਂਜੀ ਤੇ ਆ ਪ੍ਰੀਨਅਪ ਵਾਲੀਆਂ ਚੀਜ਼ਾਂ ਨਿਊ ਇਨ ਟ੍ਰੈਂਡ ਆ ਮੇਰੇ ਖਿਆਲ, ਯੂ ਨੋ ਆਈ ਕੈਨ ਕਾਲ ਮਾਈ ਸੈਲਫ ਬਿਟ ਓਲਡ ਸਕੂਲ ਐਜ਼ ਵੈਲ। ਤੇ ਹੁਣ ਨਵੇਂ ਜਿਹੜੇ ਟ੍ਰੈਡੀਸ਼ਨ ਆ, ਅੱਗੇ ਸਾਡੇ 'ਚ ਲਿਵ ਇਨ ਚੀਜ਼ਾਂ ਵੀ ਨਹੀਂ ਸੀਗੀਆਂ, ਹੈ ਨਾ। ਸੋਸਾਇਟੀ ਇਜ਼ ਚੇਂਜਿੰਗ, ਹਾਂਜੀ ਯੂ ਆਰ ਲਿਵਿੰਗ ਵਿਦ ਸਮਵਨ, ਲਿਵਿੰਗ ਇਨ ਰਿਲੇਸ਼ਨਸ਼ਿਪ ਟੂ ਫਾਈਂਡ ਆਊਟ। ਜਦੋਂ ਆਪਾਂ ਕਿਸੇ ਨਾਲ ਰਹਿੰਦੇ ਹਾਂ, ਆਪਾਂ ਨੂੰ ਫਾਲਟਸ ਲੱਭਣੇ ਹੀ ਲੱਭਣੇ ਆ। ਸੇਮ ਇੱਦਾਂ, ਚਾਹੇ ਪ੍ਰੀਨਅਪ ਨਾਲ ਵਿਆਹ ਕਰਾ ਲਓ, ਬਗੈਰ ਵਿਆਹ ਕਰਾ ਲਓ, ਤੁਹਾਨੂੰ ਗਰੰਟੀ ਕਦੀ ਵੀ ਨਹੀਂ ਹੈਗੀ ਕਿ ਤੁਹਾਡਾ ਰਿਲੇਸ਼ਨਸ਼ਿਪ ਸੁਟੇਬਲ ਰਹਿਣਾ ਕਿ ਨਹੀਂ ਇਹ ਰਹਿਣਾ, ਤਾਂ ਰਿਸਕ ਤਾਂ ਹੈ ਨਾ। ਹੈਗਾ ਹੀ ਆ। ਰਿਸਕ ਹਰ ਕਿਤੇ ਆ। ਇਸ ਦਾ ਪ੍ਰੀਨਅਪ ਦਾ ਬੱਚਿਆਂ ਦੇ ਕੀ ਇਫੈਕਟ ਪਊਗਾ ਜਿਹੜੇ ਫੈਮਿਲੀ 'ਚ ਬੱਚੇ ਆਉਣਗੇ? ਹੁਣ ਲੀਗਲੀ ਆਈ ਡੋਂਟ ਨੋ ਹਾਊ, ਯੂ ਨੋ, ਕੁੜੀਆਂ, ਆਈ ਥਿੰਕ ਅ ਵਾਈਸ ਵਨ ਵਿਲ ਸੇ ਲਾਈਕ, if you are that insecure, why you are coming into a relationship with me, you know, give yourself a time, ਹੈ ਨਾ। ਪਰ ਹੁਣ ਹਰ ਬੰਦੇ ਨੇ ਸਰਕਮਸਟੈਂਸਿਸ ਤਾਂ ਸਭ ਚੇਂਜ ਹੁੰਦੀਆਂ, ਪਰ ਜਦੋਂ ਆਸਟ੍ਰੇਲੀਅਨ ਲਾਅ ਆ, ਵੈਨ ਯੂ ਆਰ ਵੈਦਰ, ਲੋਕਾਂ ਨੂੰ ਆ ਵੀ ਨਹੀਂ ਪਤਾ, ਦੇਖੋ, ਕਿ ਚਾਹੇ ਵੂਮੈਨ ਵਰਕ ਕਰ ਰਹੀ ਬਾਹਰ ਦਾ ਨਹੀਂ, ਵੈਨ ਸ਼ੀ ਇਜ਼ ਹੋਮ, she is doing all your home duties, that is considered more work than going out and working. ਇਹਦੇ ਤੇ ਵੀ ਸਾਡੀ ਨੌਲੇਜ ਬਹੁਤ ਘੱਟ, ਆਪਾਂ ਨੂੰ ਕਿੰਨੀ ਈਜ਼ਲੀ ਕਹਿ ਦਿੰਦੇ she is housewife, she is your cook, she is your gardener, she is your cleaner, you know. You just hire those many people in your home and see how much you pay. This current Australian law, the according, is current 50-50. Because even if she's not going out and earning, she has been devoting her life towards you and your children. She's raising them. ਸਹੀ ਗੱਲ ਆ। You know, to see you come back home to a clean house, you have cooked food, and you know that kind of things has been so much. ਸੇਮ ਜਗ੍ਹਾ ਤੇ ਆਪਣੀ ਮਦਰਸ ਨਾਲ ਵੀ ਆਪਾਂ ਦੇਖਿਆ ਹੀ ਆ, ਜਿਵੇਂ ਉਹ ਕਿੰਨੀ ਭਾਵੇਂ ਘਰੇ ਰਹਿ ਰਹੇ ਨੇ, ਇਹਦਾ ਮਤਲਬ ਇਹ ਨਹੀਂ ਵੀ ਉਹ ਵਿਹਲੇ ਨੇ। ਸੋ ਘਰੇ ਵੀ ਬਹੁਤ ਡਿਊਟੀਜ਼ ਹੁੰਦੀਆਂ। Duties ਹੁੰਦੀਆਂ। ਸੋ ਗੱਲ ਇਹੀ ਆ ਵੀ ਆਪਾਂ ਰਿਸਪੈਕਟ ਕਰੀਏ ਉਹ ਚੀਜ਼ ਦੀ, ਮੇਕ them feel valued। ਦੋਨਾਂ ਦੀ, ਹੈ ਨਾ। ਲਾਈਕ ਆਈ ਐਮ ਨਾਟ ਸੇਇੰਗ ਕਿ ਕੱਲੀ ਵੂਮਨ ਦੇ ਰਿਸਪੈਕਟ ਕਰੋ, ਮੈਨ ਬਹੁਤ ਰਿਲੇਸ਼ਨਸ਼ਿਪ ਦਾ ਮੇਨ ਬੇਸਿਸ ਰਿਸਪੈਕਟ ਦਾ ਟਰਸਟ ਆ, ਤੇ ਇਹਨੂੰ ਚੱਲਦੇ ਨਾਲ ਹੀ ਕਮਿਊਨੀਕੇਸ਼ਨ ਆ। ਜੀ ਪਿਆਰ ਤੁਹਾਨੂੰ ਕਹਿੰਦੇ ਆ ਨਾ, ਕਿ ਹੁਣ ਜਿੱਦਾਂ ਤੁਸੀਂ ਕਹਿੰਦੇ ਨਾ, ਇੱਕ ਆਪਾਂ ਪੱਪੀ ਵੀ ਘਰ ਰੱਖ ਲਈਏ ਤਾਂ ਪਿਆਰ ਹੋ ਜਾਂਦਾ। ਮੈਨੂੰ ਲੱਗਦਾ ਹੁੰਦਾ ਪਿਆਰ ਨਾਲੋਂ ਵੀ ਜ਼ਿਆਦਾ ਰਿਸਪੈਕਟ, ਕਮਿਊਨੀਕੇਸ਼ਨ ਤੇ ਟਰਸਟ ਮੇਨ ਬੇਸਿਕ ਇਨਗਰੀਡੀਐਂਟਸ ਆ ਫॉर ਅ ਹੈਲਦੀ ਰਿਲੇਸ਼ਨਸ਼ਿਪ। 100% ਐਗਰੀ ਕਰਦਾ ਮੈਂ ਨਾਲ। ਬਾਕੀ ਤੁਹਾਨੂੰ ਲੱਗਦਾ ਜਿਵੇਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ, ਤੇ ਇੱਥੇ ਬੰਦਿਆਂ ਨੂੰ ਵੀ ਤੇ ਮਤਲਬ ਵੂਮਨ ਨੂੰ ਵੀ, ਹੈ ਨਾ, ਜ਼ਿਆਦਾ ਆਪਸ਼ਨਸ ਖੁੱਲ ਚੁੱਕੀਆਂ ਨੇ, ਹਰੇਕ ਚੀਜ਼ ਦੀਆਂ ਐਕਸਪੋਜ਼ਰ ਵੀ ਜ਼ਿਆਦਾ ਮਿਲ ਗਿਆ ਵੀ ਕੀ ਦੁਨੀਆ 'ਚ ਚੱਲਦਾ। ਡੇਟਿੰਗ ਐਪਸ ਵੀ ਹੈਗੀਆਂ ਨੇ, ਮੈਰਿਜ ਵਾਲੀਆਂ ਐਪਸ ਵੀ ਹੈਗੀਆਂ ਨੇ, ਤੇ ਉਹ ਚੀਜ਼ ਦਾ ਕੀ ਨੈਗੇਟਿਵਲੀ ਇਫੈਕਟ ਪਿਆ? ਉਹਦੇ ਨਾਲ ਕੋਈ ਮਤਲਬ ਵਾਇਲੈਂਸ ਵਧੀ ਜਾਂ ਕੁਛ ਇੱਦਾਂ ਹੋਇਆ? ਦੇਖੋ, ਕਹਿੰਦੇ ਨਾ ਕਿ ਹਰ ਚੀਜ਼ ਦਾ ਓਵਰ ਖਰਾਬ ਹੀ ਹੁੰਦਾ, ਹੈ ਨਾ। ਹੁਣ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰਦੇ ਹਾਂ, ਮੇਰੇ ਹਿਸਾਬ ਨਾਲ ਪੋਜ਼ੀਟਿਵ ਨੈਗੇਟਿਵ ਬੋਥ ਇੰਪੈਕਟ ਆ ਇਹਦੇ, ਹੈ ਨਾ। ਪੋਜ਼ੀਟਿਵ ਦੀ ਗੱਲ ਕਰੂੰਗੀ, ਮੋਰ ਅਵੇਅਰਨੈਸ ਹੋਈ ਵੂਮੈਨਸ ਨੂੰ, ਹੈ ਨਾ। ਰੀਲਸ ਕਹਿ ਲਓ, ਕੁਛ ਵੀ। ਮੈਂ ਤੁਹਾਨੂੰ ਰੀਸੈਂਟ ਐਗਜ਼ਾਮਪਲ ਦੇਣੀ, ਇੱਕ ਆਪਣੇ ਇੱਥੇ ਉਹ ਸੀ, ਸੋਸ਼ਲ ਮੀਡੀਆ ਗਰੁੱਪਸ ਹੁੰਦੇ, ਐਂਡ ਰੀਸੈਂਟਲੀ ਦੇ ਸਟਾਰਟਡ ਲਾਈਕ ਯੂ ਕੈਨ ਬੀ ਅਨੋਨਿਮਸ, ਐਂਡ ਆਈ ਵਾਜ਼ ਪਾਰਟ ਆਫ ਦੈਟ ਗਰੁੱਪ ਬਿਕੋਜ਼ ਇਟ ਵਾਜ਼ ਲਾਈਕ ਸਮ ਵੂਮਨ ਗਰੁੱਪ, ਹੈ ਨਾ। ਐਂਡ ਮੈਂ ਇੱਕ ਚੀਜ਼ ਰਿਅਲਾਈਜ਼ ਕੀਤੀ, ਜਦੋਂ ਤੋਂ ਓਪਨ ਸੀਗਾ, ਨੋ ਵਨ ਕਮ ਆਊਟ। ਜਦੋਂ ਅਨੋਨਿਮਸ ਹੋਇਆ, every day people were putting their stories, like how much abuse they are going through, whether it's from a mother-in-law, whether it's from a husband, you know, whether it's from a boyfriend, and she's like stuck, I don't know what to do, I'm in Australia, I'm dependent on him. ਫਿਰ ਮੈਂ ਉਦੋਂ realize ਕੀਤਾ ਕਿ social media can be used both as a positive impact and negative. ਪਰ ਤੁਸੀਂ ਦੇਖੋ, ਉਹਨਾਂ ਨੇ admin ਨੇ, they have to close, they have to put a notice like, please don't put your stories because it can be really traumatic for other people, and we are not here marriage counselors. ਫਿਰ ਦੇਖੋ, ਇੱਕ ਬਹੁਤ ਵੱਡੀ ਮਿਸਕਨਸੈਪਸ਼ਨ ਅਗੇਨ ਆ, ਕਾਉਂਸਲਿੰਗ ਦੀ ਉਦੋਂ ਲੋੜ ਪੈਂਦੀ ਹੈ ਜਦੋਂ ਪਾਵਰ ਐਂਡ ਕੰਟਰੋਲ ਨਾ ਹੋਵੇ। ਫੈਮਿਲੀ ਡੋਮੈਸਟਿਕ ਵਾਇਲੈਂਸ ਮਤਲਬ ਜਿਹੜਾ ਕਰ ਰਿਹਾ ਪਰਪੇਟਰੇਟਰ ਨੂੰ ਇਨਸਾਈਟ ਤੇ ਨੌਲੇਜ ਤੇ ਹੈਲਪ ਦੀ ਲੋੜ ਆ। ਤੁਸੀਂ ਕੋਈ FD ਵਾਇਲੈਂਸ ਵਾਲਿਆਂ ਨੂੰ ਕਾਉਂਸਲਿੰਗ ਨਹੀਂ ਭੇਜ ਸਕਦੇ। ਤਾਂ ਇਸ ਕਾਰਨ ਕਹਿੰਦੇ ਨਾ ਕਿ ਨੋਰਮਲੀ ਹਰ ਕਿਸੇ ਕੋ ਸਲਾਹ ਨਾ ਲਓ, ਇਟ ਕੈਨ ਰੀਅਲੀ ਕ੍ਰੀਏਟ ਅ ਹੈਵਕ ਇਨ ਯੋਰ ਲਾਈਫ। ਗੋ ਫॉर ਪ੍ਰੋਫੈਸ਼ਨਲ ਹੈਲਪ।
ਕਿਉਂਕਿ ਆਪਾਂ ਡਿਸਕਸ ਕਰ ਲਾ ਪਹਿਲਾਂ ਨਾ ਕਿ ਹਾਂਜੀ ਜਿੱਦਾਂ ਪਹਿਲਾਂ ਆਪਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਸਹੇਲੀ ਦੀ ਕਿ ਮੈਂ ਉਹਦੇ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਕਿ ਤੂੰ ਆਹ ਵੀਜ਼ਾ ਲੈ ਲਾ, FDB ਵੀਜ਼ਾ ਲੈ ਲਾ। ਸੋ ਅਸੀਂ ਸਾਨੂੰ ਪਤਾ ਨਹੀਂ ਅਸੀਂ ਕਿਹੇ ਜਿਹੇ ਇਨਸਾਨ ਨਾਲ ਡਿਸਕਸ ਕਰ ਰਹੇ ਹਾਂ ਤੇ ਉਹਦੀਆਂ ਇੰਟੈਂਸ਼ਨਸ ਕੀ ਹੋ ਸਕਦੀਆਂ ਕਿ ਅਗਲਾ ਇਹ ਵੀ ਸੋਚ ਸਕਦਾ ਕਿ ਜੇ ਮੇਰਾ ਘਰ ਖਰਾਬ ਹੋਇਆ ਜਾਂ ਬਰਬਾਦ ਹੋਇਆ ਤੇ ਕਿਉਂ ਨਾ ਮੈਨੂੰ ਵੀ ਥੋੜ੍ਹੀ ਜਿਹੀ ਤੀਲੀ ਲਾ ਹੈ ਨਾ, ਮਤਲਬ ਲਾਈਕ ਵੀ ਕੈਨ ਬੀ ਸੀਰੀਅਸਲੀ ਹੁੰਦੀ ਆ ਆਈ ਥਿੰਕ। ਹਾਂ ਹਾਂਜੀ ਐਂਡ ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਇਹ ਚੀਜ਼ ਵੀ ਹੁੰਦੀ ਹੈ ਕਿ ਅੱਛਾ ਜੇ ਕਿਸੇ ਨੇ ਕਹਿਤਾ ਕਿ ਆਈ ਐਮ ਗੋਇੰਗ ਥਰੂ ਹਾਰਡ ਟਾਈਮ ਹੈ ਨਾ, ਆਪਾਂ ਆਪਣੀ ਫਰੈਂਡ ਨੂੰ ਦੱਸਤਾ, ਉਹਨੇ ਜਾ ਕੇ ਹਸਬੈਂਡ ਨੂੰ ਦੱਸਤਾ, ਹਸਬੈਂਡ ਇਜ਼ ਲਾਈਕ ਹੀ ਇਜ਼ ਮਾਈ ਫਰੈਂਡ, ਯੂ ਆਰ ਨਾਟ ਗੋਣਾ ਸਪੋਰਟ ਹਰ ਬਿਕੋਜ਼ ਆਈ ਐਮ ਨਾਟ ਗੋਣਾ ਲੀਵ ਹਿਮ। ਐਂਡ ਉਹ ਦੇਖੋ ਕਿੱਦਾਂ ਹੈ ਨਾ ਆਪਣੇ ਉਹ ਇੰਨੀਆਂ ਗੁੰਝਲਾਂ ਪਾਉਣ ਨਾਲੋਂ ਆਲਵੇਜ਼ ਸੀਕ ਹੈਲਪ ਵੇਅਰ ਯੂ ਆਰ ਨਾਟ ਬੀਂਗ ਜੱਜਡ। ਪਰ ਜਿੱਦਾਂ ਮੈਂ ਬਾਕੀਆਂ ਨੂੰ ਸਾਰੇ ਆਊਟ ਦੇਅਰ ਆਈ ਜਸਟ ਵਾਂਟ ਟੂ ਗਿਵ ਮੈਸੇਜ, ਜੇ ਕੋਈ ਬੰਦਾ ਤੁਹਾਨੂੰ ਆਪਣੀ ਪ੍ਰੋਬਲਮ ਦੱਸ ਰਿਹਾ ਨਾ, just listen and tell them there is a support available. You never know, ਅੱਜ ਉਹਦੀ ਜ਼ਿੰਦਗੀ 'ਚ ਪ੍ਰੋਬਲਮ ਆ, ਕੱਲ ਤੁਹਾਡੀ 'ਚ ਵੀ ਆ ਸਕਦੀ ਆ। Nobody is perfect and ਕਿਸੇ ਦੀ ਲਾਈਫ ਵੀ ਪਰਫੈਕਟ ਨਹੀਂ ਹੈਗੀ ਇੱਥੇ। ਸੋ ਇਸ ਪੋਡਕਾਸਟ ਦੇ ਥਰੂ ਮੈਂ ਲਾਸਟ ਤੇ ਇਹ ਪੁੱਛਣਾ ਚਾਹੁੰਦਾ ਬਿਫੋਰ ਹੈਰੀ ਭਾਜੀ ਫਿਨਿਸ਼ ਆਫ ਕਿ if family violence is happening out there either with men or women, what's the first step they can take ਕਿ ਉਹ ਇਸ ਚੀਜ਼ ਵੱਲ ਸਹੀ ਕਰ ਸਕਣ ਇਸ ਨੂੰ? ਦੇਖੋ ਸਭ ਤੋਂ ਈਜ਼ੀ ਤਾਂ ਐਕਸੈਸਿਬਲ ਹੈਗਾ, ਤੁਸੀਂ ਇੱਕ ਫੋਨ ਕਾਲ ਕਰ ਸਕਦੇ 1800 ਰਿਸਪੈਕਟ, ਇਟ 24 ਆਵਰਸ ਅਵੇਲੇਬਲ ਫੋਨ ਲਾਈਨ ਆ ਇੱਥੇ। ਤੁਸੀਂ sometime you never know, people just cry out there, ਉਹਨਾਂ ਕੋਲ ਕੋਈ ਗੱਲ ਕਰਨ ਲਈ ਨਹੀਂ ਹੈਗਾ ਹੈ ਨਾ। you can just, and interpreters ਵੀ available ਆ ਜੇ ਤੁਸੀਂ ਆਪਣੀ ਲੈਂਗੁਏਜ 'ਚ ਗੱਲ ਕਰਨਾ ਚਾਹੁੰਦੇ ਆ ਹੈ ਨਾ। and I hope there would be few social workers as well who can speak your language, because language, I have seen that drastic change ਕਿ ਜਦੋਂ being called culturally and linguistically diverse, ਜਦੋਂ ਮੈਨੂੰ ਆਪਣੀ ਕਮਿਊਨਿਟੀ ਦਾ ਕੇਸ ਆਉਂਦਾ ਨਾ, I know that I can put that extra effort and extra cultural responsiveness into that factors, ਹੈ ਨਾ, ਕਿ ਉਸੇ ਕਲਚਰ ਤੋਂ ਆ ਕੇ ਮੈਨੂੰ ਵੀ ਪਤਾ ਕਿ ਕਿਉਂ ਆ, ਕਿੱਦਾਂ ਤਾਂ ਕਿੱਦਾਂ ਇਸ ਚੀਜ਼ ਨੂੰ ਆਪਾਂ ਸੋਲਵ ਵੀ ਕਰ ਸਕਦੇ ਹੈ ਨਾ। 1800 ਐਂਡ ਜੇ ਐਨੀ ਟ੍ਰਿਗਰਿੰਗ ਆ ਲਾਈਫਲਾਈਨ WA ਐਂਡ ਕ੍ਰਾਈਸਿਸ ਕੇਅਰ ਇਜ਼ ਦ ਮੇਨ। ਜੇ ਤੁਹਾਨੂੰ ਪਤਾ ਕਿ ਯੂ ਫੀਲ ਰੀਅਲੀ ਥ੍ਰੈਟਨਡ, ਅਨਸੇਫ, ਪੁਲਿਸ ਤਾਂ ਹੈ ਹੀ ਆ, ਬਟ ਕ੍ਰਾਈਸਿਸ ਕੇਅਰ ਦੇ ਕੈਨ ਆਰਗੇਨਾਈਜ਼ ਅ ਰੈਫਿਊਜ ਫॉर ਯੂ ਓਵਰਨਾਈਟ ਵਿਦ ਯੋਰ ਚਿਲਡਰਨ ਐਂਡ ਐਵਰੀਥਿੰਗ ਹੈ ਨਾ। ਤੇ ਫਿਰ ਮੈਨਲੀ ਚੂਜ਼ ਚੇਂਜ ਪ੍ਰੋਗਰਾਮ ਆ, ਇਟ ਇਜ਼ ਰੀਅਲੀ ਗੁੱਡ। ਐਂਡ ਪਰਪੇਟਰੇਟਰਸ ਹੈਲਪਲਾਈਨ ਵੀ ਹੈ ਮੈਨਲੀ ਕਿ ਹਾਂ, ਇਫ you know that your action are causing harm to your partner or your children, so there is help available, you can change your action. ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਬਦਲ ਨਹੀਂ ਸਕਦਾ, ਇੱਕ ਇੰਟੈਂਸ਼ਨ, ਇੱਕ ਉਹ ਚਾਹੀਦੀ ਅੰਦਰੋਂ ਅਰਜ ਕਿ that's it, I will go and I want to make difference in my life. Hopefully we will change some people today after your education. Thank you. ਨਹੀਂ ਬਾਕੀ ਆਪਾਂ ਦੇਖੋ ਡਿਸਕਸ ਆਪਾਂ ਲੈਣੇ ਦੀ, ਆਈ ਥਿੰਕ ਮੈਨ ਨਾਲ ਵੀ ਵਾਇਲੈਂਸ ਹੁੰਦੀ ਆ, ਵੂਮਨ ਨਾਲ ਵੀ ਵਾਇਲੈਂਸ ਹੁੰਦੀ ਆ, ਤੇ ਆਈ ਥਿੰਕ ਦੋਨੇ ਪਾਸੇ ਇਸ਼ੂ ਹੈਗਾ। ਤੇ ਪਰ ਆਪਾਂ ਜੋ ਅੱਜ ਡਿਸਕਸ ਕਰਿਆ ਮੈਨੂੰ ਦਾ, ਕਿਉਂਕਿ ਜੋ ਜਿਹੜੀ ਵਾਇਲੈਂਸ ਆ ਇਕੱਲੀ ਫਿਜ਼ੀਕਲੀ ਨਹੀਂ ਹੁੰਦੀ, ਉਹ ਫਾਈਨੈਂਸ਼ੀਅਲੀ ਵੀ ਹੁੰਦੀ ਆ, ਸਾਈਕੋਲੋਜੀਕਲੀ ਵੀ ਹੁੰਦੀ ਆ, ਤੇ ਇਮੋਸ਼ਨਲੀ ਵੀ ਹੁੰਦੀ ਆ, ਇਮੋਸ਼ਨਲੀ ਬਲੈਕਮੇਲ ਵੀ ਕਰਦੇ ਨੇ ਹੈ ਨਾ। ਸੋ ਅਲੱਗ-ਅਲੱਗ ਤਰ੍ਹਾਂ ਦੀ ਵਾਇਲੈਂਸ ਆ। ਤੇ ਆਈ ਥਿੰਕ ਜੋ ਆਪਾਂ ਅੱਜ ਡਿਸਕਸ ਕਰਿਆ, ਆਮ ਸ਼ੋਰ ਜੋ ਆਪਣੇ ਪੰਜਾਬੀ ਪੌਡ ਦੇਖਣ ਵਾਲੇ ਨੇ ਉਹਨਾਂ ਨੂੰ ਡੈਫੀਨੇਟਲੀ ਕੁਛ ਨਾ ਕੁਛ ਤਾਂ ਐਟਲੀਸਟ ਮਤਲਬ ਇੱਕ ਸਟਾਰਟਿੰਗ ਪੁਆਇੰਟ ਮਿਲਿਆ ਹੋਊਗਾ ਕਿ ਇਹ ਚੀਜ਼, ਇਹ ਵੀ ਇੱਕ ਟੌਪਿਕ ਆ ਜਿਹਦੇ ਬਾਰੇ ਮਤਲਬ ਚਰਚਾ ਹੋਣੀ ਚਾਹੀਦੀ, ਗੱਲਬਾਤ ਹੋਣੀ ਚਾਹੀਦੀ ਆ, ਤਾਂ ਕਿ ਆਪਣੀ ਕਮਿਊਨਿਟੀ ਸਟਰੋਂਗ ਰਹੇ ਤੇ ਆਪਾਂ ਰਲ ਮਿਲ ਕੇ ਰਹੀਏ। ਜਿਵੇਂ ਆਪਾਂ ਪੁਰਾਣੇ ਪਿੰਡ 'ਚ ਆਪਾਂ ਦੇਖਦੇ ਹਾਂ ਨਾ, ਸਾਰੇ ਰਲ ਮਿਲ ਕੇ ਇੱਕ ਦੂਜੇ ਨਾਲ ਵਧੀਆ ਗੱਲਬਾਤ ਕਰਦੇ ਸੀਗੇ। ਤੇ ਇਹ ਨਹੀਂ ਕਹਿੰਦਾ ਮੈਂ ਉਦੋਂ ਪ੍ਰੋਬਲਮ ਨਹੀਂ ਸੀਗੀਆਂ, ਪ੍ਰੋਬਲਮ ਉਦੋਂ ਵੀ ਸੀਗੀਆਂ, ਪਰ ਇਕੱਠੇ ਹੋ ਕੇ ਜਦ ਆਪਾਂ ਪ੍ਰੋਬਲਮ 'ਤੇ ਵਰਕ ਕਰਦੇ ਹਾਂ ਤਾਂ ਕੋਈ ਵੀ ਪ੍ਰੋਬਲਮ ਨਾਲ ਵੱਡੀ ਨਹੀਂ ਰਹਿੰਦੀ। ਤੇ ਅਸੀਂ ਸੋਲਿਊਸ਼ਨ ਫੋਕਸ ਸੀਗੇ, ਅਸੀਂ ਬ੍ਰੇਕ ਨਹੀਂ ਕਰਦੇ ਸੀ, ਆਪਾਂ ਕਹਿੰਦੇ ਸੀ ਚਲੋ ਸੋਲਿਊਸ਼ਨ ਲੱਭੀਏ ਹੈ ਨਾ। ਤੇ ਮੈਂ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਨਾ, ਜੇ ਕੋਈ ਹਸਬੈਂਡ ਜਾਂ ਬॉयਫ੍ਰੈਂਡ ਆ, he treats his wife or girlfriend nice, ਉਹਨੂੰ ਉਹ ਨਾ ਕੀਤਾ ਜਾਵੇ ਡਿਮਿਨਿਸ਼ ਇਸ ਚੀਜ਼ ਤੇ, ਇਹ ਤਾਂ ਆਪਣੀ ਵਾਈਫ ਦੀ ਸੁਣਦਾ, ਇਹ ਤਾਂ ਉਹ ਤੋਂ ਡਰਦਾ ਹੈ ਨਾ। Make it a normal thing to love each other, to respect each other. It's normal, and look at the beauty of life at then. ਸਹੀ ਗੱਲ ਕਿ ਉਹਨੂੰ ਵਿਚਾਰੇ ਦਾ ਮਜ਼ਾਕ ਨਾ ਉਡਾਓ। I have seen ਲੈ ਇਹ ਨਹੀਂ ਆ ਸਕਦਾ ਡਰਿੰਕਸ ਕਿਉਂਕਿ ਉਹਨੇ ਇਹਨੂੰ ਅਲਾਉ ਨਹੀਂ ਕਰਦਾ, ਜਨਾਨੀ ਥੱਲੇ ਲੱਗਾ ਹੁੰਦਾ, ਥੱਲੇ ਲੱਗਾ ਹੋਇਆ, ਇਟਸ ਵੈਰੀ ਲਾਈਕ ਕਾਫੀ ਚੀਜ਼ਾਂ ਜ਼ਰੂਰ ਨੂੰ ਮਿਲਦੀਆਂ। ਪਰ ਇਹ ਉਹੀ ਨਾ, ਸਾਡੀ ਕਮਿਊਨਿਟੀ 'ਚ ਜਿੱਦਾਂ ਅਸੀਂ ਕਹਿੰਦੇ ਗੁੱਡ ਚੀਜ਼ ਵੀ ਹੈਗੀਆਂ ਕਿ ਅਸੀਂ ਐਜ਼ ਅ ਕਮਿਊਨਿਟੀ ਸਪੋਰਟ ਕਰਦੇ ਹਾਂ ਕਿ ਜੇ ਕੋਈ ਇੱਦਾਂ ਦੀ ਚੀਜ਼ 'ਚ ਜਾ ਰਿਹਾ, ਟੂਡੇ ਦਿਸ ਪੋਡਕਾਸਟ ਇਜ਼ ਐਗਜ਼ਾਮਪਲ ਆਫ ਇਟ। ਤੇ ਪਰ ਉਹਦੇ 'ਚੋਂ ਫਿਰ ਗਲਤ ਚੀਜ਼ਾਂ ਵੀ ਆਉਂਦੀਆਂ ਜਿਨ੍ਹਾਂ ਨੂੰ ਅਸੀਂ ਅੱਜ ਸਹੀ ਕਰਨਾ ਚਾਹਾਂਗੇ ਕਿ ਹੈ ਨਾ, ਜਿਹੜੀ ਇੱਦਾਂ ਦੀ ਮੈਂਟੈਲਿਟੀ ਹੈ ਸਪੈਸ਼ਲੀ ਮੈਨ ਦੀ, ਕਿ ਹੈ ਨਾ ਜੇ ਕੋਈ ਰਿਸਪੈਕਟ ਕਰ ਰਿਹਾ ਕਿਸੇ ਫੀਮੇਲ ਦੀ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਵੀਕ ਆ, ਜਾਂ ਇਹਦਾ ਮਤਲਬ ਇਹ ਕਿ ਉਹ ਸਟਰੋਂਗ ਹੈ ਮੈਂਟਲੀ। ਮੈਨੂੰ ਲੱਗਦਾ
rather than very pleased to met two gentlemen today, which I'll say both Thank of you ਥੈਂਕ ਯੂ ਕਿ ਜਿਹੜੇ ਮਤਲਬ ਇਹ ਕਰੇਜ ਹੁੰਦਾ, ਇਹ ਹਿੰਮਤ ਰੱਖਦੇ ਕਿ ਸੋਚਣ ਦੀ ਤੇ ਕਹਿਣ ਦੀ ਕਿ ਹਾਂ this is a problem and let's discuss. ਹਾਂਜੀ You know, it's an honor to meet you guys as well for this Thank you. opportunity, ਹੈ ਨਾ। ਤੇ ਲਾਈਕ ਸੀਰੀਅਸਲੀ ਮੈਨੂੰ ਲੱਗਦਾ ਹੁੰਦਾ ਹੋਰ ਜਿਹੜੀ ਆਪਾਂ ਗੱਲ ਕਰ ਰਹੇ ਸੀ ਹੈ ਨਾ ਕਿ ਨੋਰਮਲ ਕਰੋ, ਇੱਕ ਦੂਜੇ ਦੀ ਰਿਸਪੈਕਟ ਕਰਨਾ, ਇਕੱਠੇ ਰਹਿਣਾ, ਇਟਸ ਓਕੇ। ਤੇ ਹੋਪਫੁਲੀ ਵਨ ਡੇ ਵੀ ਵਿਲ ਕਿ ਵੂਮੈਨ ਨੂੰ ਵੀ ਸੋਚਣਾ ਨਾ ਪਵੇ ਕਿ ਹਾਂ ਯੂ ਨੋ ਇਫ ਯੂ ਕੈਨ ਗੋ ਆਊਟ ਐਂਡ ਹੈਵ ਟਾਈਮ ਵਿਦ ਯੋਰ ਫਰੈਂਡਸ, ਵਾਈ ਸ਼ੀ ਕੈਨ ਗੋ ਆਊਟ ਐਂਡ ਹੈਵ ਟਾਈਮ ਵਿਦ ਹਰ ਫਰੈਂਡਸ। ਦੁਨੀਆ ਬਹੁਤ ਵੱਡੀ, ਮੈਨੂੰ ਲੱਗਦਾ ਜੇ ਜੰਗ ਲੜਨੀ ਆ ਤੇ ਘਰੇ ਲੜਨ ਨਾਲੋਂ ਦੁਨੀਆ 'ਚ ਬਾਹਰ ਜਾ ਕੇ ਆਪਾਂ ਹਨਾ ਕੁਛ ਬਣੀਏ, ਕੁਛ ਵੱਡਾ ਕੰਮ ਕਰੀਏ, rather than ਅਸੀਂ ਘਰੇ ਹੀ ਇੱਕ ਦੂਜੇ 'ਚ ਹੀ ਵੱਜੀ ਜਾਈਏ। ਐਂਡ That's ਆਪਣੀ useless. ਆਪਣੇ ਆਪ ਨੂੰ ਮਾਰੋ, ਆਪਣੀ ਆਇਡੈਂਟੀਟੀ ਨਾ ਬੰਦ ਕਰੋ, ਚਾਹੇ ਉਹ ਵੂਮੈਨ ਆ ਚਾਹੇ ਉਹ ਮੈਨ ਆ, ਹੈ ਨਾ। ਕਿ ਜੋ ਤੁਸੀਂ ਵਿਆਹ ਤੋਂ ਪਹਿਲਾਂ you used to go out, you were a soccer player, or you used to love to do painting, or you used to play cricket. Don't stop just you got married. ਸਹੀ ਗੱਲ ਆ। ਤੁਸੀਂ ਬਦਲ, ਨਵਾਂ ਜਨਮ ਤਾਂ ਨਹੀਂ ਹੋ ਗਿਆ ਤੁਹਾਡਾ, ਲਾਈਕ your personality hasn't changed. So be you together, ਠੀਕ ਆ, ਇੱਕ ਚੀਜ਼ ਆ, ਪਰ don't just stop being you. ਹਾਂਜੀ ਉਹ ਕਾਫੀ ਇਫੈਕਟ ਸਹੀ ਗੱਲ ਆ। ਆਪਣੀ ਜਿਹੜੀ ਆਰਟ ਆ ਤੁਸੀਂ ਉਹਨੂੰ ਲੁਕਾਉਣ ਦੀ ਲੋੜ ਨਹੀਂ ਹੈਗੀ, ਉਹਨੂੰ ਜੀਓ। ਉਹਦੇ ਨਾਲ ਰਿਲੇਸ਼ਨਸ਼ਿਪ 'ਚ ਵੀ ਆਈ ਥਿੰਕ ਪੋਜ਼ਿਟਿਵ ਵਾਈਬਸ ਹੀ ਆਉਣਗੀਆਂ। Space though to breathe, ਨਹੀਂ ਤਾਂ ਸਫੋਕੇਸ਼ਨ ਹੀ ਹੋਣੀ। ਕੋਈ ਵੀ ਆ, ਕੋਈ ਵੀ ਰਿਲੇਸ਼ਨਸ਼ਿਪ ਆ, breathe in space. ਤੁਹਾਨੂੰ ਡਾਊਨ ਟਾਈਮ ਵੀ ਚਾਹੀਦਾ ਨਾ ਥੋੜਾ ਰਿਲੈਕਸ ਕਰਨ ਲਈ। ਹਾਂਜੀ। ਜੇ ਤੁਸੀਂ ਆਪਣੀ ਹੌਬੀ ਸੀ ਕੱਟ ਆਫ ਕਰਤੀਆਂ ਤਾਂ ਫਿਰ ਤੁਸੀਂ ਰਿਲੈਕਸ ਕਿੱਦਾਂ ਕਰੋਗੇ? ਸਹੀ ਗੱਲ ਆ। ਬਹੁਤ ਬਹੁਤ ਧੰਨਵਾਦ ਤੁਹਾਡਾ ਨੇਹਾ ਦੱਤਾ ਜੀ ਪੰਜਾਬੀ ਪੌਡ ਤੇ ਆਉਣ ਲਈ। Thank you. ਬਹੁਤ ਵਧੀਆ ਲੱਗਿਆ ਸਾਨੂੰ ਗੱਲਬਾਤ ਕਰਕੇ। ਆਈ ਥਿੰਕ Same here. ਹੋਪਫੁਲੀ ਡਿਫਰੈਂਟ ਟੌਪਿਕਸ ਤੇ ਅਸੀਂ ਫਿਊਚਰ 'ਚ ਤੁਹਾਨੂੰ ਇਨਵਾਈਟ ਕਰਾਂਗੇ, ਕਿਉਂਕਿ ਇਸ ਪੋਡਕਾਸਟ 'ਚ ਅਸੀਂ ਕੁਝ ਕੁ ਚੀਜ਼ਾਂ ਡਿਸਕਸ ਕਰ ਸਕਦੇ ਹਾਂ। ਜੇ ਅਸੀਂ 3-4 ਘੰਟੇ ਦਾ ਬਣਾਈਏ ਤਾਂ ਫਿਰ ਮੈਨੂੰ ਲੱਗਦਾ ਹੋਪਫੁਲੀ ਫਿਨਿਸ਼ ਹੋ ਗਿਆ ਸਾਰੇ ਟੌਪਿਕ, ਪਰ ਅਸੀਂ ਆਡੀਅנס ਨੂੰ ਹੌਲੀ ਹੌਲੀ ਇਸ ਚੀਜ਼ 'ਤੇ ਐਜੂਕੇਟ ਕਰਦੇ ਰਹਾਂਗੇ, ਤੁਹਾਨੂੰ ਬੁਲਾਉਂਦੇ ਰਹਾਂਗੇ। ਥੈਂਕ ਯੂ ਸੋ ਮਚ। Thank you. It's been an honor. ਥੈਂਕ ਯੂ।